ਜਿਹੜੀ ਸਾਡੀ ਪ੍ਰਾਈਸ ਆ ਇਹ 2007-8 ਚ ਵੀ ਸੇਮ ਹੀ ਸੀ, ਅੱਜ ਵੀ ਸੇਮ ਆ। ਵੀ ਸਾਨੂੰ ਨਹੀਂ ਕਦੀ ਪੁੱਛਿਆ ਨਹੀਂ ਵੀ ਤੁਹਾਡੀ ਕੀ ਪ੍ਰਾਈਸ ਹੈ। ਅੱਜ ਕਹਿੰਦੇ ਆ ਵੀ ਤੁਸੀਂ 30 ਸੈਂਟ ਜ਼ਿਆਦਾ ਮੰਗਦੇ ਆ। ਡਸਟੀ ਜੌਬ ਆ ਸਾਡੀ, ਲਾਈਫ ਰਿਸਕ ਜੌਬ ਆ, ਬਹੁਤ ਗੰਦਾ ਕੰਮ ਆ ਜੀ। ਤਾਂ ਸਾਰਾ ਹੀ ਕੰਮ ਜਿਹੜਾ BC ਦਾ ਇੰਡਸਟਰੀ ਜਿਹੜੀ ਹੈ ਉਹ ਪੰਜਾਬੀਆਂ ਦੇ ਕੋਲ ਆ। ਸਾਡੇ ਪੰਜਾਬੀ ਭਰਾ ਜਿਹੜੇ ਡਰਾਈਵਰ 'ਚ ਕੰਮ ਕਰਦੇ ਆ ਉਹਨਾਂ ਨੇ ਇਹ ਪ੍ਰਾਈਜ਼ ਆਪ ਸਿੱਟਿਆ ਥੱਲੇ, ਉਹ ਆਪ ਜ਼ਿੰਮੇਦਾਰ ਨੇ। मतलब कि ऊपर जाने की बजाय हेठां नूं आई है जी। ਪਰ ਜੇ ਹੁਣ ਪ੍ਰਾਈਸਾਂ ਉਹਨੀ ਸਿੱਟੀਆਂ ਜਿਹੜੇ ਵੱਡੀਆਂ ਕੰਪਨੀਆਂ ਨੇ ਜੋਬਾਂ ਫੜੀਆਂ ਆ। ਅਸੀਂ ਤਾਂ ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂਗਾ। ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਔਰ ਅਸੀਂ ਅੱਜ ਖੜੇ ਹਾਂ ਸਰੀ ਦੇ ਕਿੰਗ ਜਾਰਜ ਅਤੇ 88 ਐਵਨਿਊ ਤੇ, ਜਿੱਥੇ ਡਰਾਈਵ ਵਾਲ ਜਿਹੜੇ ਕਾਮੇ ਆ ਉਹਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸਟ੍ਰਾਈਕ ਕਰਕੇ ਉਹ ਇੱਥੇ ਬੈਠੇ ਨੇ। ਧਰਨਾ ਪੱਕਾ ਉਹਨਾਂ ਨੇ ਲਾਇਆ ਹੋਇਆ ਔਰ ਮਸਲੇ ਉਹਨਾਂ ਦੇ ਕਈ ਨੇ। ਹਾਲਾਂਕਿ ਪਿਛਲੇ ਦਿਨੀ ਟਰੱਕ ਡਰਾਈਵਰ ਜਿਹੜੇ ਆ ਉਹਨਾਂ ਨੇ ਵੀ ਹੜਤਾਲ ਕੀਤੀ ਸੀ ਤੇ ਲਗਾਤਾਰ ਉਹਨਾਂ ਦੀ ਹੜਤਾਲ ਵੀ ਚੱਲ ਰਹੀ ਹੈ। ਪਰ ਇੱਧਰ ਡਰਾਈਵ ਵਾਲ ਕਾਮਿਆਂ ਵੱਲੋਂ ਵੀ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ। ਸੋ ਅੱਜ ਇੱਥੇ ਪਹੁੰਚੇ ਅਸੀਂ, ਗੱਲਬਾਤ ਕਰਾਂਗੇ ਉਹਨਾਂ ਦੇ ਮਸਲਿਆਂ ਉੱਤੇ। ਕੀ ਗੱਲਬਾਤ ਆ, ਕਿਹੜੀਆਂ ਮੁਸ਼ਕਲਾਂ ਨੇ ਅਤੇ ਕੀ ਗੱਲਬਾਤ ਉਹਨਾਂ ਦੀ ਸਰਕਾਰ ਨਾਲ ਜਾਂ ਉਹਨਾਂ ਸੰਸਥਾਵਾਂ ਨਾਲ ਚੱਲ ਰਹੀ ਆ ਜਿਨ੍ਹਾਂ ਨਾਲ ਸੰਬੰਧਿਤ ਉਹਨਾਂ ਦੀਆਂ ਇਹ ਮੁਸ਼ਕਲਾਂ ਨੇ। ਸੋ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਡਰਾਈਵ ਵਾਲ ਕਾਮਿਆਂ ਦੇ ਨਾਲ। ਸੋ ਗੱਲਬਾਤ ਦੀ ਸ਼ੁਰੂਆਤ ਕਰਦੇ ਸਭ ਤੋਂ ਪਹਿਲਾਂ ਸਾਡੇ ਨਾਲ ਜਗਜੀਤ ਸਿੰਘ ਗਰੇਵਾਲ ਹੋਣੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਪਹਿਲਾਂ ਤਾਂ ਦੱਸ ਦਿਓ ਕਿ ਮੋٹے-ਮੋٹے ਇਸ਼ੂ ਕੀ ਆ ਆਪਣੇ ਅੱਜ? ਮੋٹے ਇਸ਼ੂ ਇਹ ਆ ਜੀ, ਹੁਣ ਜਿਹੜਾ ਸਾਡਾ ਡਰਾਈਵ ਵਾਲ ਦਾ ਰੇਟ ਆ ਸਕੁਅਰ ਫੁੱਟ ਦੇ ਹਿਸਾਬ ਨਾਲ ਸਾਨੂੰ 22 ਤੋਂ 23 ਸੈਂਟ ਪੇ ਹੋ ਰਹੇ ਆ। ਜਿਹੜੀ ਕਿ ਸਾਡੀ ਡਿਮਾਂਡ ਆ ਸਾਨੂੰ 30 ਸੈਂਟ ਪੇ ਹੋਣੇ ਚਾਹੀਦੇ ਆ, ਠੀਕ ਆ। ਕਿਉਂਕਿ ਜਿਹੜੀ ਸਾਡੀ ਪ੍ਰਾਈਸ ਆ ਇਹ 2007-8 ਚ ਵੀ ਸੇਮ ਹੀ ਸੀ, ਅੱਜ ਵੀ ਸੇਮ ਆ। ਉਦੋਂ ਲੇਬਰ ਦੇਖੋ ਜੀ, ਲੇਬਰ ਉਦੋਂ $7-8 ਮਿਨੀਮਮ ਬੇਸ ਸੀਗੀ, ਠੀਕ ਹੈ ਨਾ। ਅੱਜ ਹੁਣ ਦੇਖ ਲਓ $15.20 ਆ। ਉਹਦੇ ਕਰਕੇ ਹੁਣ ਸਾਡੇ ਨਾਲ ਨਾ ਤਾਂ ਕੋਈ ਨਵਾਂ ਵਰਕਰ ਜੁੜਦਾ ਆ ਜੀ। ਜੇ ਕੋਈ ਵੀ ਬੰਦਾ ਅਸੀਂ ਰੱਖਦੇ ਆ ਉਹਦੇ $18-19 ਸਾਨੂੰ ਪੇ ਕਰਨੇ ਪੈਂਦੇ ਆ। ਉਹ ਜੇ ਕੋਈ ਵੀ ਮੁੰਡਾ ਅਸੀਂ ਜੌਬ ਤੇ ਲੈ ਕੇ ਆਉਂਦੇ ਆ, ਠੀਕ ਹੈ ਨਾ, ਉਹ ਥੋੜ੍ਹਾ ਦਿਨ ਕੰਮ ਕਰਕੇ ਉਹ ਕਹਿੰਦਾ ਨਹੀਂ ਮੈਂ ਐਮਾਜੋਨ ਤੇ ਕੰਮ ਕਰ ਲੈਣਾ, ਠੀਕ ਹੈ ਨਾ, ਕਿਉਂਕਿ ਉੱਥੇ $18-19 ਪੇ ਮਿਲਦੀ ਆ। ਨਾਲੇ ਸਾਡੀ ਜਿਹੜੀ ਜੌਬ ਆ ਇਹ ਬਹੁਤ ਡਸਟੀ ਆ, ਸਾਡਾ ਹੈਵੀ ਲਿਫਟ ਕੰਮ ਆ। ਉਹਦੇ ਕਰਕੇ ਹੁਣ ਜਿੰਨੇ ਵੀ ਬੰਦੇ ਆ ਅਸੀਂ ਇਸ ਲਾਈਨ ਦੇ ਵਿੱਚ ਤੁਰੇ ਆ, ਇਹੀ ਗੱਲ ਕਹਿ ਰਹੇ ਆ ਵੀ ਸਾਡੀ ਜਿਹੜੀ ਮਿਨੀਮਮ ਰੇਟ ਆ ਨਾ, ਮਿਨੀਮਮ ਉਹ ਸਾਡਾ 30 ਸੈਂਟ ਹੋਣਾ ਚਾਹੀਦਾ ਸਕੁਅਰ ਫੁੱਟ। ਹਾਂਜੀ, ਸਾਡਾ ਜਿੰਨਾ ਵੀ ਕੰਮ ਆ ਸਾਰਾ ਸਕੁਅਰ ਫੁੱਟ ਤੇ ਹੁੰਦਾ ਆ ਜੀ। ਹੁਣ ਇਹਦੇ ਕਰਕੇ ਸਾਨੂੰ ਲੇਬਰ ਦੀ ਵੀ ਸ਼ਾਰਟੇਜ ਆ ਰਹੀ ਆ। ਸਾਡੇ ਕੋਲੋਂ ਕੋਈ ਇਦਾਂ ਦਾ ਬੈਨੀਫਿਟ ਵੀ ਹੈ ਨਹੀਂ। ਜਦੋਂ ਅਸੀਂ ਨਵਾਂ ਬੰਦਾ ਲੈ ਕੇ ਆਉਂਦੇ ਆ, ਇੱਕ ਨਵਾਂ ਬੰਦਾ ਸਾਡੇ ਤੇ ਬੋਝ ਪੈ ਜਾਂਦਾ, $15.20 ਤੇ ਨਵਾਂ ਰੱਖਦੇ ਆ, ਪਲੱਸ ਉਹਦੇ ਤੇ ਅਸੀਂ ਆਪਦਾ ਟਾਈਮ ਸਪੈਂਡ ਕਰ ਰਹੇ ਆ ਉਹਨੂੰ ਕੰਮ ਸਿਖਾਉਣ ਲਈ, ਠੀਕ ਹੈ ਨਾ। ਜਦ ਤੱਕ ਉਹ ਬੰਦਾ ਕੰਮ ਸਿੱਖਦਾ ਆ ਉਹ ਕਿਤੇ ਹੋਰ ਟ੍ਰੇਡ 'ਚ ਚਲਾ ਜਾਂਦਾ ਆ। ਉਹਦੇ ਲਈ ਸਾਡੇ ਕੋਲੇ ਕੋਈ ਇਦਾਂ ਦਾ ਗਵਰਨਮੈਂਟ ਦਾ ਵੀ ਕੋਈ ਹੈ ਨਹੀਂ ਵੀ ਸਾਨੂੰ ਕੋਈ ਕੁਛ ਨਾ ਕੁਛ ਇਹ ਪੇ ਕਰਨ, ਠੀਕ ਹੈ ਨਾ। ਚਲੋ 2 ਮਹੀਨੇ 3 ਮਹੀਨੇ ਹਾਫ ਅਸੀਂ ਦਸੀਏ, ਕੋਈ ਅਸੀਂ ਪੇ ਕਰੀਏ ਜੀ, ਮਾੜਾ ਮੋਟਾ ਅਸੀਂ ਕੰਮ ਨਾਲ ਉਹਨਾਂ ਨੂੰ ਸਿਖਾ ਸਕੀਏ। ਹੁਣ ਜਦੋਂ ਸਾਡੇ ਕੋਲੇ ਕੋਈ ਬੈਨੀਫਿਟ ਹੀ ਹੈ ਨਹੀਂਗਾ, ਠੀਕ ਹੈ ਨਾ, ਉਹਦੇ ਕਰਕੇ ਸਾਨੂੰ ਬਹੁਤ ਚੀਜ਼ਾਂ ਦੀ ਪ੍ਰੋਬਲਮ ਆ ਰਹੀ ਹੈ ਜੀ। ਜਿੱਦਾਂ ਮੇਨ ਲੇਬਰ ਦੀ ਪ੍ਰੋਬਲਮ ਆ ਰਹੀ ਹੈ ਜੀ। ਸੈਕਿੰਡ ਥਿੰਗ ਹੁਣ ਦੇਖੋ ਆਪਾਂ ਗੈਸ ਦੇਖਦੇ ਹਾਂ, ਗੈਸ $1.48 ਨੂੰ ਹੁੰਦਾ ਆ, ਉਹ ਦੂਜੇ ਦਿਨ 1.57 ਨੂੰ ਹੁੰਦਾ ਆ। ਹੁਣ ਇੱਕ ਕਾਟ ਨੂੰ ਉੱਥੇ ਤਾਂ ਆਪਾਂ ਕੁਛ ਨਹੀਂ, ਸਾਡਾ ਸਿਰਫ 1 ਸੈਂਟਾਂ ਦਾ ਰੌਲਾ ਆ। ਸਪੋਜ਼ ਕਰੋ ਇੱਕ ਘਰ ਦੇ ਵਿੱਚ ਜੇ 15-16 ਹਜ਼ਾਰ ਬੋਰਡ ਆ, ਸਾਡਾ $500 ਤੋਂ $700 ਦਾ ਡਿਫਰੈਂਸ ਬਣਦਾ ਆ। ਡਸਟੀ ਜੌਬ ਆ ਸਾਡੀ, ਲਾਈਫ ਰਿਸਕ ਜੌਬ ਆ, ਬਹੁਤ ਗੰਦਾ ਕੰਮ ਆ ਜੀ, ਠੀਕ ਹੈ ਨਾ। ਤਾਂ ਕਰਕੇ ਵੀ ਜਾਣੀ ਇੱਦਾਂ ਆ ਵੀ ਇਹ ਜਿਹੜੀ ਟ੍ਰੇਡ ਆ ਨਾ ਡਰਾਈਵ ਵਾਲ ਦੀ, ਇਹ ਖਤਮ ਹੁੰਦੀ ਜਾ ਰਹੀ ਆ। ਇਹਦੇ ਵਿੱਚ ਤੁਹਾਨੂੰ ਬੰਦਾ ਕੋਈ ਜਿਹੜੇ ਜਿੰਨੇ ਵੀ ਬੰਦੇ ਆ ਪੁਰਾਣੇ ਆ, ਨਵਾਂ ਬੰਦਾ ਨਹੀਂ ਇਸ ਟ੍ਰੇਡ 'ਚ ਕੋਈ ਆ ਰਿਹਾ। ਹਾਂਜੀ, ਇਹ ਚੀਜ਼ਾਂ ਦੀ ਪ੍ਰੋਬਲਮ ਆ ਰਹੀ ਹੈ ਜੀ ਸਾਨੂੰ। ਇਹਦੇ ਨਾਲ ਜਿਹੜੇ ਇੱਕ ਕਮਿਸ਼ਨ ਦੀ ਗੱਲ ਕਰ ਰਹੇ ਸੀ ਉਹ 'ਚ ਤੁਹਾਡਾ ਕੀ ਰੌਲਾ ਹੈਗਾ? ਕਮਿਸ਼ਨ ਦਾ ਤਾਂ ਇਦਾਂ ਆ ਜੀ, ਹੁਣ ਜਿਹੜੀ ਵੀ ਅਸੀਂ ਜਿੱਦਾਂ ਕੰਮ ਕਰਦੇ ਆ, ਠੀਕ ਹੈ ਨਾ, ਉਹਦੇ ਵਿੱਚ ਹੁਣ ਜਿਹੜੇ ਬੰਦੇ ਗਾਹਾਂ ਜੌਬਾਂ ਫੜਦੇ ਆ, ਹੁਣ ਸਾਡਾ ਕੰਮ ਕੀ ਆ, ਸਾਡਾ ਤਾਂ ਸਕੁਅਰ ਫੁੱਟ ਤੇ ਆ ਜੀ। ਸਾਡਾ ਕੰਮ ਇਦਾਂ ਆ, ਜੇ ਅਸੀਂ ਗਾਹਾਂ ਕੰਟਰੈਕਟ ਆ, ਉਹ ਜੌਬ ਫੜਦਾ ਆ, ਸਾਨੂੰ ਉਹ ਗਾਹਾਂ ਸਕੁਅਰ ਫੁੱਟ ਤੇ ਜੌਬ ਦਿੰਦਾ ਆ। ਅਸੀਂ ਇਹ ਸਾਰੇ ਜਾਣੇ ਡਰਾਈਵ ਵਾਲਾ ਇੰਸਟਾਲਰ ਆ ਜਿੰਨੇ ਵੀ ਆ ਇੱਥੇ। ਅਸੀਂ ਟੇਪ ਦੇ ਥਰੂ ਤੋਂ ਕੰਮ ਜਿਹੜਾ ਹੁੰਦਾ ਆ ਟੇਪਿੰਗ ਵਾਲਾ, ਹਾਂਜੀ, ਉਹ ਫਿਨਿਸ਼ਿੰਗ ਕਰਦਾ ਜੌਬ ਨੂੰ, ਮਟੀਰੀਅਲ ਵੀ ਉਹ ਪ੍ਰੋਵਾਈਡ ਕਰਦਾ, ਅਸੀਂ ਉਹਨਾਂ ਦੇ ਅੰਡਰ ਕੰਮ ਕਰਦੇ ਹਾਂ ਜੀ। ਤਾਂ ਉਹ ਸਾਨੂੰ ਗਾਹਾਂ ਸਬ ਕਾਉਂਟ ਕਰਕੇ ਦੇ ਦਿੰਦਾ ਜੀ ਜੌਬ। ਤਾਂ ਕਰਕੇ ਅਸੀਂ ਇੱਥੇ ਜਿੰਨੇ ਵੀ ਸਾਰੇ ਇਕੱਠੇ ਹੋਏ ਆ, ਅਸੀਂ ਇਹ ਡਰਾਈਵ ਵਾਲਾ ਇੰਸਟਾਲਰ ਆ ਜੀ। ਹਾਂਜੀ। ਕਿੰਨੇ ਸਾਲ ਹੋ ਗਏ ਇਸ ਕੰਮ 'ਚ ਪਿਆ ਨੂੰ? ਮੈਨੂੰ ਇਸ ਕੰਮ 'ਚ ਪਿਆ ਨੂੰ ਜੀ ਘੱਟੋ ਘੱਟ ਵੀ 13-14 ਸਾਲ ਹੋ ਗਏ ਜੀ। ਹਾਂਜੀ, ਪਹਿਲਾਂ ਮੇਰੇ ਨਾਲ 6-7-10 ਵੀ ਮੁੰਡੇ ਰਹੇ ਆ ਜੀ। ਹੁਣ ਕੋਈ ਮੁੰਡਾ ਹੀ ਨਹੀਂ ਮਿਲਦਾ। ਹੁਣ ਅਸੀਂ 3-4 ਜਣਿਆਂ ਦਾ ਕਰੂ ਆ, ਕਿਉਂਕਿ ਜੇ ਕੋਈ ਮੁੰਡਾ ਰੱਖਦੇ ਆ ਆਪਾਂ ਨੂੰ ਉਹਨਾਂ ਬੈਨੀਫਿਟ ਮਿਲਦਾ ਨਹੀਂ ਜੀ। ਪੋਕਟ 'ਚੋਂ ਪੈਸੇ ਪਾਉਣੇ ਪੈਂਦੇ ਆ ਸਾਨੂੰ,
ਤਾਂ ਕਰਕੇ ਉਹਦੇ ਲਈ ਹੁਣ ਜਿੰਨੇ ਵੀ ਬੰਦਿਆਂ ਦੇ ਪੁਰਾਣਿਆਂ ਦੇ ਕੰਮ ਕਰਦੇ ਆ ਜਾਂ ਹੋਰ ਦੇ ਉਹਨਾਂ ਟਾਈਮ ਸਰ ਅਸੀਂ ਜੌਬ ਨਹੀਂ ਦੇ ਸਕਦੇ, ਕਿਉਂਕਿ ਪ੍ਰੋਬਲਮ ਕੀ ਆ, ਲੇਬਰ ਦੀ ਸ਼ਾਰਟੇਜ ਆ, ਲੇਬਰ ਮਿਲ ਨਹੀਂ ਰਹੀ। ਹੁਣ ਜੇ ਲੇਬਰ ਨਹੀਂ ਮਿਲੂਗੀ ਤਾਂ ਆਪਾਂ ਕੰਮ ਕਿੱਥੋਂ ਵਧਾਵਾਂਗੇ। ਹੁਣ ਇਹ ਤਾਂ ਇਦਾਂ ਹੀ ਆ ਜੀ, ਸਾਰੀਆਂ ਕੰਪਨੀਆਂ ਅੱਗੇ ਆਉਣ ਤਾਂ ਕੋਈ ਸਾਡਾ ਵੀ ਕੁਝ ਸੋਚਣ, ਗਵਰਨਮੈਂਟ ਵੀ ਸਾਡਾ ਸੋਚੇ ਬਈ ਸਾਡੀ ਕੋਈ ਪਛਾਣ ਹੋਵੇ। ਅਸੀਂ ਸਿਟੀਜ਼ਨ ਸਾਡੇ ਕੋਲੇ ਆ ਜੀ, ਸਾਡੀ ਪਛਾਣ ਹੀ ਹੈ ਨਹੀਂ ਕੋਈ। ਸਾਨੂੰ ਕਹਿੰਦੇ ਇਹ ਓਪਨ ਮਾਰਕੀਟ ਆ, ਇਹ ਕਿੱਦਾਂ ਦੀ ਓਪਨ ਮਾਰਕੀਟ ਆ ਜੀ ਜਿਹਦੇ ਵਿੱਚ ਸਾਨੂੰ ਕੁਝ ਮਿਲ ਨਹੀਂ, ਅਸੀਂ ਰੋਡਾਂ ਤੇ ਖੜੇ ਆ। ਸਿਟੀਜ਼ਨ ਲੈ ਕੇ ਕੈਨੇਡਾ ਦੀ ਅਸੀਂ ਰੋਡਾਂ ਤੇ ਦੇਖ ਲਓ ਖੜੇ ਆ। ਹਾਂਜੀ, ਆ ਸਾਡੀ ਸੈਕੰਡ ਵੀਕ ਚੱਲਦੀ ਆ ਜੀ ਸਾਡਾ ਕੋਈ, ਉਹਦੇ ਕਰਕੇ ਅਸੀਂ ਕੋਈ ਗਵਰਨਮੈਂਟ ਇਦਾਂ ਦਾ ਕਾਨੂੰਨ ਜਾਂ ਕੋਈ ਰੂਲ ਰੈਗੂਲੇਸ਼ਨ ਬਣਾਵੇ ਜਿਹੜਾ ਕਿ ਇਸ ਚੀਜ਼ ਨੂੰ ਕੰਟਰੈਕਸ਼ਨ ਜਿਹੜਾ ਡਰਾਈਵਾਲ ਦਾ ਕੰਮ ਆ ਉਹਦੇ ਮਿਨੀਮਮ 30 ਸੈਂਟ ਕੀਤੇ ਜਾਣ, ਜਾਂ ਕਿ ਲੋਕ ਇਹ ਟਰੇਡਾਂ ਖਰਾਬ ਨਾ ਕਰਨ। ਓਪਨ ਮਾਰਕੀਟ ਆ ਜੀ, ਅੱਜ ਕਿਸੇ ਕੋਲੇ ਕੰਮ ਨਹੀਂ ਹੈਗਾ, ਉਹ ਘੱਟ ਰੇਟ ਤੇ ਨਾ ਕੰਮ ਕਰੇ, ਠੀਕ ਹੈ ਨਾ, ਉਹ ਆਪਦਾ ਪੂਰਾ ਰੇਟ ਲਵੇ, ਕਿਉਂਕਿ ਮਾਰਕੀਟ ਦੇ ਵਿੱਚ ਭਾਜੀ ਉਹੀ ਬੰਦੇ ਆ, ਉਹਨਾਂ ਨੇ ਕੰਮ ਕਰਨਾ ਆ, ਹੋਰ ਕਿਸੇ ਨੇ ਨਹੀਂ ਆਉਣਾ। ਹਾਂਜੀ, ਬਸ ਮੇਰੇ ਤਾਂ ਇਹੀ ਆ ਜੀ, ਸਾਡੀਆਂ ਮੰਗਾਂ ਪੂਰੀਆਂ ਜਿੰਨੀ ਛੇਤੀ ਹੋ ਸਕਣ ਸਾਨੂੰ ਵਧੀਆ ਜੀ, ਅਸੀਂ ਆਪਦਾ ਕੰਮ ਸਟਾਰਟ ਕਰੀਏ ਜੀ। ਤੇ ਹੁਣ ਜਿਹੜੇ ਤੁਸੀਂ ਇੱਥੇ ਕੰਮ ਛੱਡ ਕੇ ਬੈਠੇ ਆ 2 ਹਫ਼ਤੇ ਹੋ ਗਏ, ਇਹ ਛੋਟੀਆਂ ਕੰਪਨੀਆਂ ਨੇ ਜਾਂ ਵਰਕਰ ਨੇ ਇਕੱਲੇ, ਜਾਂ ਕੌਣ ਲੋਕ ਤੁਸੀਂ ਹੈ, ਸਾਰੇ ਹੈ ਕੌਣ? ਅਸੀਂ ਇਹਦੇ ਵਿੱਚ ਜੀ ਓਨਰ ਵੀ ਆ, ਸਾਡੇ ਨਾਲ ਸਾਡੇ ਵਰਕਰ ਵੀ ਆ ਜੀ। ਜਿੰਨੇ ਦਿਨ ਤੋਂ ਅਸੀਂ ਸਟ੍ਰੈਕ ਤੇ ਬੈਠੇ ਆ ਉਨੇ ਦਿਨਾਂ ਤੋਂ ਸਾਡੇ ਇੱਥੇ ਵਰਕਰ ਵੀ ਨਾਲ ਆ। ਜਿਹੜੀਆਂ ਹੋਰ ਕੰਪਨੀਆਂ ਨੇ ਕਿਸੇ ਦੇ 10 ਮੁੰਡੇ ਆ ਜੀ, ਕਿਸੇ ਦੇ 5 ਮੁੰਡੇ ਨਾਲ ਰੱਖੇ ਆ, ਉਹ ਸਾਰੇ ਨਾਲ ਨੇ ਜੀ। ਐਦਾਂ ਨਹੀਂ ਹੈਗਾ ਵੀ ਇਕੱਲਾ ਕੰਪਨੀ ਦਾ ਓਨਰ ਹੀ ਆ। ਹਾਂਜੀ, ਉਹ ਜਿੰਨੇ ਵੀ ਬੰਦੇ ਆ ਇੱਥੇ ਨਾਲ ਹੀ ਜੁੜੇ ਹੋਏ ਆ ਜੀ। ਕੋਈ ਸਮਾਲ ਬਿਜ਼ਨਸ ਹੀ ਆ, ਇਹ ਬਾਹਲਾ ਵੱਡਾ ਬਿਜ਼ਨਸ ਨਹੀਂ ਹੈਗਾ ਜੀ। ਕਿਸੇ ਨਾਲ 2 ਬੰਦੇ ਨੇ, ਕਿਸੇ ਨਾਲ 3 ਬੰਦੇ ਆ ਜੀ। ਹਾਂਜੀ, ਇਹ ਤੁਸੀਂ ਹੁਣ ਜਿਹੜੀਆਂ ਪ੍ਰੋਬਲਮਸ ਹੈ ਐਡਰੈਸ ਕਿਹਨੂੰ ਕਰ ਰਹੇ ਹੋ? ਸਿਟੀ ਨੂੰ ਕਰ ਰਹੇ ਹੋ, ਪ੍ਰੋਵਿੰਸ ਸਰਕਾਰ ਨੂੰ ਕਰ ਰਹੇ ਹੋ, ਜਾਂ ਫੈਡਰਲ ਨੂੰ ਕਰ ਰਹੇ ਹੋ? ਅਸੀਂ ਤਾਂ ਹੁਣ ਇਹ ਕਰ ਰਹੇ ਹਾਂ ਜੀ, ਕੋਈ ਇਦਾਂ ਦਾ ਰੂਲ ਰੈਗੂਲੇਸ਼ਨ, ਅਸੀਂ ਤਾਂ ਸਿਟੀ ਨੂੰ ਵੀ ਕਹਿੰਦੇ ਕੋਈ ਰੂਲ ਰੈਗੂਲੇਸ਼ਨ ਇਦਾਂ ਦਾ ਬਣਾ ਦਿੱਤਾ ਜਾਵੇ, ਕੋਈ ਸਬ ਸਿਟੀ ਸਾਨੂੰ ਇਦਾਂ ਦੀ ਦਿੱਤੀ ਜਾਵੇ। ਟ੍ਰੇਡ ਜਿਵੇਂ ਹੁਣ ਕਈ ਸਿਟੀ ਦੇ ਵਿੱਚ ਪ੍ਰੋਗਰਾਮ ਹੈਗੇ ਨੇ, ਟ੍ਰੇਨਿੰਗ ਪ੍ਰੋਗਰਾਮ, ਕੋਈ ਇਦਾਂ ਦਾ ਸਾਨੂੰ ਵੀ ਪ੍ਰੋਗਰਾਮ ਦਿੱਤਾ ਜਾਵੇ ਜੀ। ਉਹਦੇ ਲਈ ਅਸੀਂ ਨਵੇਂ ਮੁੰਡੇ ਸਾਡੇ ਨਾਲ ਜੋੜੀਏ, ਠੀਕ ਹੈ ਨਾ। ਕੋਈ ਇਦਾਂ ਦਾ ਇਹ ਫਾਰਮੂਲਾ ਸੈੱਟ ਕਰ ਦੇਣ ਜੀ, ਜਿਵੇਂ ਚੰਗੀ ਪੇ ਹੋਵੇ ਡਰਾਈਵਾਲ ਦੇ ਵਿੱਚ, ਇਹ ਕੰਮ ਲੋਕ ਬਹੁਤ ਕਰਨਗੇ ਜੀ। ਜਦੋਂ ਇਹਦੇ ਵਿੱਚ ਪੈਸੇ ਨਹੀਂ ਹੈਗੇ, ਇਹ ਕੰਮ ਕਿਹਨੇ ਕਰਨਾ ਆ? ਹਾਂਜੀ, ਇਹ ਪ੍ਰੋਬਲਮ ਆ ਜੀ। ਤੋ ਹੁਣ ਸਾਡੇ ਨਾਲ ਨੇ ਪ੍ਰਭਜੀਤ ਸਿੰਘ ਸੰਘਾ, ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ, ਕਿਉਂਕਿ 2 ਹਫ਼ਤੇ ਇਹਨਾਂ ਨੂੰ ਇੱਥੇ ਬੈਠਣ ਹੋ ਚੱਲੇ ਆ, ਕਿਉਂਕਿ ਦੂਜਾ ਹਫ਼ਤਾ ਇਹ ਇਸ ਵਕਤ ਇੱਥੇ ਚੱਲ ਰਿਹਾ ਵਾ। ਸੋ ਗੱਲਬਾਤ ਕਰਦੇ ਆ। ਸੋ ਸਮੱਸਿਆਵਾਂ ਪਹਿਲਾਂ ਦੱਸੀਆਂ ਜਗਜੀਤ ਸਿੰਘ ਹੁਣਾਂ ਨੇ। ਸੋ ਇਹ ਦੱਸੋ ਕਿ ਤੁਸੀਂ ਕੋਈ 2 ਹਫ਼ਤੇ ਤੁਹਾਨੂੰ ਇੱਥੇ ਹੋ ਚੱਲੇ ਬੈਠਿਆਂ ਨੂੰ, ਤੁਹਾਡੇ ਕੋਲ ਕੋਈ ਪਹੁੰਚਿਆ ਜਾਂ ਤੁਹਾਡੀ ਗੱਲਬਾਤ ਕਿਸੇ ਥਾਂ ਤੇ ਚੱਲਦੀ ਆ ਸਿਟੀ ਨਾਲ, ਜਾਂ ਇੱਥੇ ਮੌਜੂਦਾ ਦੇ ਸਿਆਸਤਦਾਨਾਂ ਨਾਲ, ਸਰਕਾਰ ਨਾਲ ਕਿਹਨਾਂ ਚੱਲਦੀ ਆ? ਸਰਕਾਰ ਵਜੋਂ ਅਸੀਂ ਹੈਰੀ ਵੈਂਸ ਕੋਲ ਵੀ ਗਏ ਸੀਗੇ ਤੇ ਉਹਨਾਂ ਨੇ ਸਾਡੀ ਗੱਲ ਸੁਣੀ ਆ। ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ, ਉਹ ਕਹਿੰਦੇ ਵੀ ਅਸੀਂ ਜਿੱਥੇ ਵੀ ਹੋ ਸਕਦਾ ਅਸੀਂ ਤੁਹਾਡੇ ਨਾਲ ਖੜੇ ਆ। ਵੀ ਜਿਹੜੇ ਵੱਡੇ ਕੰਟਰੈਕਟਰ ਆ, ਜੇ ਮੰਨ ਲਓ ਉਹ ਨਹੀਂ ਤੁਹਾਡੀ ਗੱਲ ਮੰਨਦੇ, ਅਸੀਂ ਵਿੱਚ ਬਹਿ ਕੇ ਵੀ ਗੱਲਾਂ ਉਹਨਾਂ ਨਾਲ ਕਰ ਸਕਦੇ ਹਾਂ। ਦੂਸਰੀ ਗੱਲ ਹੈ ਵੀ ਜੇ ਅਸੀਂ ਛੋਟੇ ਲੈਵਲ ਤੇ ਸਾਡੇ ਜਿਹੜੇ ਭਰਾ ਆ, ਜਿਹੜੇ ਸਾਨੂੰ ਕੰਮ ਦਿੰਦੇ ਆ ਡਰਾਈਵਰ ਦਾ, ਟੇਪਰ ਭਾਜੀ, ਉਹਨਾਂ ਦਾ ਕਈ ਕੰਪਨੀ ਕੋਲ ਅਸੀਂ ਗਏ ਆ ਤੇ ਸਾਡੇ ਕੋਲ ਕਈ ਚੱਲ ਕੇ ਵੀ ਆਏ ਆ, ਤੇ ਸਾਨੂੰ ਉਹਨਾਂ ਦਾ ਕਾਫੀ ਪੋਜ਼ਿਟਿਵ ਮੈਸੇਜ ਮਿਲਿਆ ਵੀ ਅਸੀਂ ਤੁਹਾਡੇ ਨਾਲ ਆ, ਤੁਹਾਨੂੰ ਦੇਣ ਨੂੰ ਵੀ ਤਿਆਰ ਆ। ਪਰ ਹੌਲੀ ਹੌਲੀ ਹੋਰ ਵੀ ਆ ਰਹੇ ਆ, ਤੇ ਅਜੇ ਅੱਜ ਵੀ ਸ਼ਾਇਦ 1-2 ਕੰਪਨੀਆਂ ਸਾਡੀ ਉਹਨਾਂ ਨਾਲ ਮੀਟਿੰਗ ਹੈਗੀ ਆ। ਤੇ ਜਿਹੜੇ ਵੀ ਸਾਨੂੰ ਐਗਰੀ ਆ ਵੀ 30 ਸੈਂਟ ਕੋਈ ਜ਼ਿਆਦਾ ਨਹੀਂ। ਅਸੀਂ ਆਲਰੇਡੀ ਮੈਂ ਤਾਂ 26 ਸੈਂਟ ਤਾਂ ਹੀ ਕਰਦਾ ਰਿਹਾ ਹਾਂ, ਤੇ 26 ਤੋਂ ਲਾ ਕੇ 30 ਦਾ 4 ਸੈਂਟ ਦਾ ਫਰਕ ਸੋਚਿਆ ਜਾਵੇ ਜ਼ਿਆਦਾ ਨਹੀਂਗਾ। ਪਰ ਜਿਹੜੇ 22-23 ਸੈਂਟ 'ਤੇ ਕਰਦੇ ਆ, ਉਹ ਆਲਰੇਡੀ ਉਹਨਾਂ ਨੂੰ ਪਹਿਲਾਂ ਹੀ ਬਹੁਤ ਘੱਟ ਪੇ ਕਰ ਰਹੇ ਸੀਗੇ, ਜਦ ਕਿ ਪਿਛਲੇ ਸਮੇਂ 'ਚ ਦੇਖਿਆ ਜਾਵੇ ਤਾਂ ਆਲਮੋਸਟ 15 ਸਾਲ ਹੋ ਗਿਆ ਜਿਹੜੀ ਉਹ ਪ੍ਰਾਈਸ ਦੇ ਰਹੇ ਆ। ਤੇ ਇਸ ਕਰਕੇ ਹੁਣ ਉਹਨਾਂ ਦੀ ਵੀ ਮੀਟਿੰਗ ਆ, ਮੈਂ ਵੀ ਕੱਲ੍ਹ ਨੂੰ ਸੁਣਿਆ ਆ ਬਈ ਉਹ ਆਪਣਾ ਕੀ ਫੈਸਲਾ ਦਿੰਦੇ ਆ, ਤੇ ਅਸੀਂ ਉਸ ਨਾਲ ਆਪਣਾ ਫਿਰ ਉਹਨਾਂ ਨੂੰ ਫੈਸਲਾ ਆਖਰੀ ਦੱਸਾਂਗੇ ਵੀ ਸਾਡਾ ਜੋ ਵੀ ਹੈਗਾ ਨਾ। ਤੁਸੀਂ ਮੰਗ ਕਰ ਰਹੇ ਹੋ ਜਿਹੜੀ ਪ੍ਰਾਈਸ ਇਹ ਸਰਕਾਰ ਵੱਲੋਂ ਇੱਕ ਫਿਕਸ ਕੀਤੀ ਜਾਵੇ, ਜਾਂ ਫਿਰ ਤੁਹਾਡੀ ਯੂਨੀਅਨ ਵੱਲੋਂ ਫਿਕਸ ਕੀਤੀ ਜਾਵੇ? ਸੋ ਕਿਸ ਤਰੀਕੇ ਦਾ ਕੀ ਹੱਲ ਕੀ ਚਾਹੁੰਦੇ ਹੋ ਜਿੱਦਾਂ ਉਸ ਤੋਂ ਬਾਅਦ ਇਹ ਸਾਰੀ ਸਟ੍ਰਾਈਕ ਮੁੱਕੇ? ਅਸੀਂ ਸਰਕਾਰ ਨੂੰ ਵੀ ਇਹ ਰਿਕੁਐਸਟ ਕੀਤੀ ਸੀ ਵੀ ਜੇ ਤੁਸੀਂ ਜਦੋਂ ਜਿਹੜੀਆਂ ਕੰਪਨੀਆਂ ਜਦੋਂ ਕੋਈ ਬੈਟ ਕਰਦੀਆਂ ਆ, ਮੰਨ ਲਓ ਵੱਡੀਆਂ ਕੰਪਨੀਆਂ ਅੱਜ ਜੋਬ ਬੈਟ ਕਰਦੀ ਮੈਂ ਵੀ ਆਉਣ ਵਾਲੇ 24 ਤੱਕ, ਤੇ ਉਹ ਜਦੋਂ ਬੈਟ ਕਰਦੇ ਆ ਤੇ ਸਾਡੀ ਪ੍ਰਾਈਸ ਵਿੱਚ ਪਾ ਕੇ ਹੀ ਬੈਟ ਕਰਦੇ, ਬਿਨਾਂ ਪ੍ਰਾਈਸ ਤੋਂ ਤਾਂ ਪਾਉਂਦੇ ਨਹੀਂਗੇ, ਠੀਕ ਨਹੀਂ। ਵੀ ਸਾਨੂੰ ਉਹਨੇ ਕਦੀ ਪੁੱਛਿਆ ਨਹੀਂ ਵੀ ਤੁਹਾਡੀ ਕੀ ਪ੍ਰਾਈਸ ਹੈ। ਅੱਜ ਕਹਿੰਦੇ ਆ ਵੀ ਤੁਸੀਂ 30 ਸੈਂਟ ਜ਼ਿਆਦਾ ਮੰਗਦੇ ਆ, ਪਰ ਜੇ ਹੁਣ ਪ੍ਰਾਈਸਾਂ ਉਹਨੇ ਸਿੱਟੀਆਂ ਜਿਹੜੀ ਵੱਡੀਆਂ ਕੰਪਨੀਆਂ ਨੇ ਜੋਬਾਂ ਫੜੀਆਂ ਆ। ਅਸੀਂ ਤਾਂ ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂਗਾ, ਸਾਨੂੰ ਤਾਂ ਯੂਜ਼ ਕੀਤਾ ਉਹਨੇ, ਠੀਕ ਨਹੀਂ। ਹੁਣ ਜੇ ਅੱਜ ਉਹਨਾਂ ਨੂੰ ਕਹਿੰਦੇ ਆ ਵੀ ਵੱਡੀਆਂ ਕੰਪਨੀਆਂ ਨੂੰ ਪੁੱਛਿਆ ਵੀ ਸਾਨੂੰ 30 ਸੈਂਟ ਦੇ ਦਿਓ, ਕਹਿੰਦੇ ਅਸੀਂ ਤਾਂ ਆਉਣ ਵਾਲੇ
24 ਤੱਕ 23 ਤੇ ਸਾਡੇ ਕੰਟਰੈਕਟ ਡਨ ਹੋ ਗਏ ਆ, ਕਿਉਂਕਿ ਅਸੀਂ ਉਸ ਹਿਸਾਬ ਨਾਲ ਤੁਹਾਡੀ ਪ੍ਰਾਈਸ ਬੈਟ ਕਰ ਦਿੱਤੀ ਆ। ਪਰ ਸਾਨੂੰ ਪੁੱਛ ਕੇ ਤਾਂ ਕੀਤੀ ਨਹੀਂ, ਪਲੱਸ ਜੇ ਕਰ ਵੀ ਦਿੱਤੀ ਆ ਤਾਂ ਹੁਣ ਤੁਸੀਂ ਜੇ 14 ਸਾਲ ਪਿੱਛੇ ਪੈਸੇ ਕਮਾਏ ਵੀ ਆ, ਤੇ ਹੁਣ ਜੇ ਤੁਹਾਨੂੰ 1 ਸਾਲ ਦੇਣੇ ਵੀ ਪੈ ਗਿਆ ਤਾਂ ਕੋਈ ਵੱਡੀ ਬਿਗ ਡੀਲ ਨਹੀਂ ਗੀ। ਤੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਉਹਨਾਂ ਦਾ ਹੀ ਕੰਮ ਕਰਦੇ ਆ। ਜਿਹਨੇ ਇੱਥੇ ਜੇ 400 ਬੰਦਾ ਇੱਥੇ ਆ, ਜਾਂ ਜਿਹੜੇ ਬਾਹਰ ਅਜੇ ਕੰਮ ਕਰ ਰਹੇ ਆ, ਉਹਨਾਂ ਲਈ ਅਸੀਂ ਕੰਮ ਕਰਦੇ ਆ। ਤੇ ਮਾਲੀ ਹਾਲਾਤ ਬਿਆਨ ਕਰ ਦਿਓ ਵੀ ਤੁਹਾਡੇ ਕਿਉਂ ਆਖਰਕਾਰ, ਕਿਉਂਕਿ ਸਭ ਤੋਂ ਅਖੀਰਲਾ ਰਾਹ ਇਹ ਹੁੰਦਾ ਹੈ, ਸੋ ਇੱਥੇ ਆਉਣ ਲਈ ਮਜਬੂਰ ਕਿਉਂ ਹੋਣਾ ਪਿਆ? ਦੇਖੋ ਜੀ, ਮੈਨੂੰ ਕਾਫੀ ਸਮਾਂ ਹੋ ਗਿਆ, 25 ਸਾਲ ਆਲਮੋਸਟ 26ਵਾਂ ਸਾਲ ਲੱਗ ਚੱਲਾ ਇਸ ਬਿਜ਼ਨਸ ਦੇ ਵਿੱਚ, ਤੇ ਅਸੀਂ ਬੋਰਡ ਹੀ ਕਰੀ ਜਾਂਦੇ ਆ। ਤੇ ਮਾਰਕੀਟ ਪਹਿਲਾਂ ਜੇ ਅੱਜ ਤੋਂ ਜਿਹੜੀ ਪ੍ਰਾਈਸ ਉਹ ਦੇ ਰਹੇ ਆ, ਮਾਰਕੀਟ 14-15 ਸਾਲ ਪਿੱਛੇ ਵੀ ਚਲੀ ਜਾਈਏ, ਉਸ ਟਾਈਮ 'ਚ ਸਾਰਾ ਕੁਝ ਬਹੁਤ ਘੱਟ ਸੀਗਾ, ਖਰਚੇ ਬਹੁਤ ਘੱਟ ਸੀਗੇ, ਲੇਬਰ ਸਸਤੀ ਸੀਗੀ। ਹੁਣ ਜਿਉਂ-ਜਿਉਂ ਲੇਬਰ ਵੀ ਮਹਿੰਗੀ ਮਿਲ ਰਹੀ ਆ, ਹੁਣ ਆਲਮੋਸਟ ਜਿਹੜੀ ਕੋਈ ਕਰੂ ਹੋਊਗਾ ਜਿਹੜਾ ਆਮ 2-3 ਬੰਦਿਆਂ ਦਾ ਰਹਿ ਗਿਆ। ਜਿਹਨਾਂ ਕੋਲ 10, 12, 15 ਬੰਦੇ ਜਾਂ ਜ਼ਿਆਦਾ ਬੰਦੇ ਆ, ਉਹ ਵਿਚਾਰੇ ਸਟੂਡੈਂਟ LMO ਦਿੱਤੀਆਂ ਆ, ਉਹ ਘੱਟ ਬੇਸਿਸ ਤੇ ਉਹਨਾਂ ਤੋਂ ਕੰਮ ਕਰਾਈ ਜਾਂਦੇ ਆ, ਮੋਰੇ ਘੱਟ ਬੇਸਿਸ ਤੇ ਕੰਮ ਫੜੀ ਜਾਂਦੇ ਆ। ਤੇ ਜੇ ਦੇਖਿਆ ਜਾਵੇ ਧੱਕਾ ਤਾਂ ਵਰਕਰਾਂ ਨਾਲ ਵੀ ਹੋ ਰਿਹਾ ਆ। ਜੇ ਸਾਨੂੰ ਕੁਝ ਮਿਲੂਗਾ ਤਾਂ ਅਸੀਂ ਵਰਕਰਾਂ ਨੂੰ ਦੇਵਾਂਗੇ। $15 20 ਸੈਂਟ ਗੌਰਮੈਂਟ ਨੇ ਸਾਡੇ ਮੋਹਰੇ ਰੱਖ ਦਿੱਤੇ ਆ, ਪਰ ਅਸੀਂ ਉਸ ਜੇ $15 20 ਸੈਂਟ ਤੇ ਅੱਜ ਨਵਾਂ ਬੰਦਾ ਡਰਾਈਵ ਵਾਲੇ ਲੈਣਾ ਹੋਵੇ ਤਾਂ ਤੁਹਾਨੂੰ ਮਿਲੂਗਾ ਨਹੀਂ, $20 ਤੋਂ ਘੱਟ ਮਿਲੂਗਾ, ਕਿਉਂਕਿ ਉਹਨੂੰ ਇਹ ਤੋਂ ਵੱਧ ਤੱਕ ਹੋਰ ਜੌਬ 'ਚ ਪੈਸੇ ਮਿਲ ਜਾਣੇ ਆ। ਮਤਲਬ ਕਿ ਇਹਦਾ ਮਤਲਬ ਇਹ ਕਿ ਸਮੱਸਿਆਵਾਂ ਕਈ ਪੱਧਰ ਉੱਤੇ ਆ, ਜਿਹੜੇ ਤੁਸੀਂ ਕਹਿੰਦੇ ਵਰਕਰ ਜਿਹੜੇ ਉਹਨਾਂ ਕੋਲ ਕੰਮ ਕਰਦੇ ਵੀ ਆ ਘੱਟ ਵੇਸ ਤੇ, ਉਹਨਾਂ ਫਿਰ ਵਰਕਰਾਂ ਤੋਂ ਵੀ ਘੱਟ ਪੈਸੇ ਦੇ ਕੰਮ ਕਰਾਉਂਦਾ, ਇਸ ਕਰਕੇ ਵਾਰਾ ਖਾਂਦਾ ਆ। ਹਾਂਜੀ, ਸੋ ਲੱਗਦਾ ਕਿ ਹੁਣ ਕੱਲ ਨੂੰ ਕੋਈ ਮਸਲਾ ਹੱਲ ਹੋ ਜਾਊਗਾ ਤੇ ਤੁਸੀਂ ਆਪਣੇ ਕੰਮਾਂ ਤੇ ਵਾਪਸ ਜਾਓਗੇ? ਹਾਂਜੀ, ਅਸੀਂ ਇਹੀ ਸੋਚਿਆ ਵੀ ਜਿਹੜਾ ਸਾਨੂੰ 30 ਸੈਂਟ ਆਫਰ ਕਰਦਾ ਉਹਦਾ ਅਸੀਂ ਕੰਮ ਕਰਨਾ ਹੈ ਆਉਣ ਵਾਲੇ ਟਾਈਮਾਂ 'ਚ। ਹੁਣ ਅਸੀਂ ਬੈਠੇ ਆ ਕੋਈ ਅਣਮਿੱਥੇ ਟਾਈਮ ਲਈ, ਜਿੱਦਾਂ ਸਾਡੇ ਨਾਲ ਜਿਹੜੇ ਆਣ ਕੇ ਸਾਡੇ ਕੋਲ ਆਫਰ ਲੈ ਕੇ ਆਉਣਗੇ, ਲਿਖਤੀ ਆਉਣ ਜਾਂ ਉੱਦਾਂ ਆਣ ਕੇ ਸਾਡੇ ਨਾਲ ਕੋਈ ਗੱਲ ਕਰਨ, ਅਸੀਂ ਉਹਨਾਂ ਦਾ ਹੀ ਕੰਮ ਬੰਦਿਆਂ ਦਾ ਕਰਨਾ। ਜਿਹੜੇ ਨਹੀਂ ਮੰਨਦੇ ਫਿਰ ਉਹਨਾਂ ਦਾ ਅਸੀਂ ਆਪਣੇ ਗਰੁੱਪ ਵੱਲੋਂ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ। ਅਸੀਂ ਹੋਰ ਵੀ ਜਿਹੜੇ ਵੀ ਸੁਣਦੇ ਆ ਵੀਰ ਭਰਾ ਮੇਰੇ ਜਾਂ ਸਾਡੀ ਵੀਡੀਓ ਦੇਖ ਰਹੇ ਆ, ਉਹਨਾਂ ਨੂੰ ਇਹੀ ਬੇਨਤੀ ਆ ਵੀ ਸਾਡੇ ਨਾਲ ਵੱਧ ਤੋਂ ਵੱਧ ਜੁੜੋ। ਤੁਹਾਡੀਆਂ ਮਜਬੂਰੀਆਂ ਹੋ ਸਕਦੀਆਂ ਆ, ਕਿਸੇ ਦੀ ਮਨੀ ਫਸੀ ਹੋ ਸਕਦੀ ਆ, ਜਾਂ ਕਿਸੇ ਦਾ ਕੁਝ ਵੀ ਹੋ ਸਕਦੀ ਮਜਬੂਰੀ, ਪਰ ਸਾਡੀ ਵੀ ਮਜਬੂਰੀ ਆ ਵੀ ਸਾਡੇ ਨਾਲ ਜੇ ਤੁਸੀਂ ਨਹੀਂ ਜੁੜਦੇ ਫਿਰ ਇਹਦੇ ਵਿੱਚ ਸਾਰਿਆਂ ਨੂੰ ਹੀ ਫਾਇਦਾ ਆ। ਦੇਖੋ ਜੀ, ਅਸੀਂ ਜੇ ਵੱਧ ਪੈਸੇ ਸੈਂਟਾਂ ਦੇ ਹਿਸਾਬ ਨਾਲ ਲੈਣੇ ਆ ਤੇ ਉਹਨਾਂ ਦਾ ਵੀ ਫਾਇਦਾ ਅਸੀਂ ਕਰਨਾ ਆ। ਤਾਂ ਹੁਣ ਸਾਡੇ ਨਾਲ ਸੰਤੋਖ ਸਿੰਘ ਜੋਸਨ ਨੇ, ਜੋ 20-22 ਸਾਲ ਤੋਂ ਇਸ ਕੰਮ ਦੇ ਵਿੱਚ ਨੇ, ਆਪਣੀ ਕੰਪਨੀ ਇਹਨਾਂ ਦੀ ਨਾਲ ਗੱਲਬਾਤ ਕਰਦੇ ਆ। ਸੋ ਕਿਸ ਤਰੀਕੇ ਨਾਲ ਦੇਖਦੇ ਹੋ ਕਿ 20-22 ਸਾਲ ਬਾਅਦ, ਹਾਲਾਂਕਿ ਕੰਮ ਕਾਫੀ ਗਰੋ ਹੁੰਦੇ ਆ, ਇਹ ਹੁਣ ਵੀ ਇਸ ਵਕਤ ਕਿਉਂਕਿ ਘਰ ਕਾਫੀ ਬਣ ਰਿਹਾ, ਡਿਮਾਂਡ ਵੱਧ ਰਹੀ ਆ, ਉਹਦੇ ਬਾਵਜੂਦ ਵੀ ਤੁਹਾਨੂੰ ਅੱਜ ਇੱਥੇ ਬਹਿਣਾ ਪੈ ਰਿਹਾ? ਦੇਖੋ ਵੀਰ ਜੀ, ਗੱਲ ਇਸ ਤਰ੍ਹਾਂ ਆ ਕਿ ਅੱਜ ਦੇ ਦਿਨ ਦੇ ਵਿੱਚ ਹਰ ਚੀਜ਼ ਦੀਆਂ ਪ੍ਰਾਈਸਾਂ ਬਹੁਤ ਜ਼ਿਆਦੀਆਂ ਉੱਪਰ ਅਸਮਾਨੀ ਛੂਹਣ ਲੱਗ ਗਈਆਂ। ਕੋਈ ਵੀ ਚੀਜ਼ ਤੁਸੀਂ ਗਰੋਸਰੀ ਤੋਂ ਲੈ ਕੇ ਗੈਸ ਲੈ ਲਓ, ਬੰਦਿਆਂ ਦੀਆਂ ਪੇਹਾਂ ਲੈ ਲਓ, ਇਹ ਹਰ ਚੀਜ਼ ਜਿਹੜੀ ਆ ਇਹ ਕਾਫੀ ਫਰਕ ਪਾ ਗਈ ਆ। ਜਿਹੜੀ ਪ੍ਰਾਈਸ ਅਸੀਂ 2007 ਵਿੱਚ ਕੰਮ ਕਰਦੇ ਸੀਗੇ, ਉਹ ਉਸ ਟਾਈਮ 25 ਤੋਂ 26 ਸੈਂਟ ਦੀ ਪ੍ਰਾਈਸ ਸੀਗੀ ਜੀ। ਜੋ ਅੱਜ ਅਸੀਂ ਕੰਮ ਕਰਦੇ ਹਾਂ ਜੀ, ਅੱਜ ਦੀ ਸਾਡੀ ਪ੍ਰਾਈਸ ਜਿਹੜੀ ਆ ਉਹ ਹੈਗੀ 22 ਤੋਂ 23 ਸੈਂਟ ਦੀ, ਮਤਲਬ ਕਿ ਉੱਪਰ ਜਾਣ ਦੀ ਬਜਾਏ ਹੇਠਾਂ ਨੂੰ ਆਈ ਆ ਜੀ। ਸਾਡੀਆਂ ਜਿਹੜੀਆਂ ਗੈਸ ਦੀਆਂ ਪ੍ਰਾਈਸਾਂ ਆ, ਜਿਹੜੀਆਂ ਅਸੀਂ ਵੈਨਾਂ ਦੇ ਵਿੱਚ ਗੈਸ ਪਾਉਣੀ ਆ, ਉਹ ਵੀ ਸਾਡਾ ਖਰਚਾ ਵੱਧ ਗਿਆ। ਪਲੱਸ ਜਿਹੜੇ ਅਸੀਂ ਬੰਦੇ ਆ, ਜਿਹੜੀ ਸਾਡੀ ਲੇਬਰ ਆ, ਉਹ ਉਸ ਟਾਈਮ $8 ਕੁਛ ਸੈਂਟ ਤੇ ਮਿਨੀਮਮ ਪ੍ਰਾਈਸ ਹੁੰਦੀ ਸੀ। ਗੌਰਮੈਂਟ ਨੇ ਮਿਨੀਮਮ ਪ੍ਰਾਈਸਾਂ ਫਟਾਫਟ ਚੱਕ ਕੇ, ਇਹਨਾਂ ਨੇ ਮਿਨੀਮਮ ਵੇਜ ਨੂੰ ਚੱਕ ਕੇ 15 ਤੱਕ ਲੈ ਗਏ ਆ। ਹੁਣ ਸਾਡੀ ਜਿਹੜੀ ਆਪਣੀ ਮੋਹਰਿਓਂ ਕਮਾਈ ਆ ਉਹ ਤਾਂ ਘਟ ਗਈ, ਤੇ ਗੌਰਮੈਂਟ ਨੇ ਜਿਹੜੀਆਂ ਮਿਨੀਮਮ ਪੇ ਆ ਉਹਨੂੰ ਵਧਾ ਦਿੱਤਾ। ਉਹਦੇ ਵਿੱਚ ਕੀ ਹੋਇਆ ਕਿ ਜਿਹੜਾ ਅਸੀਂ ਸਮੌਲ ਕੰਟਰੈਕਟਰ ਆ, ਸਮੌਲ ਬਿਜ਼ਨਸ ਕਹਿ ਲਓ, ਉਹਦੇ ਵਿੱਚ ਅਸੀਂ ਆਉਂਦੇ ਆ, ਉਹਦਾ ਪੀਸ ਗਏ ਅਸੀਂ ਉਹਦੇ ਵਿੱਚ ਆ ਕੇ, ਕਿਉਂਕਿ ਮੋਹਰਿਓਂ ਕਮਾਈ ਦਾ ਸਾਧਨ ਹੈ ਨਹੀਂ ਗਾ। ਪਿੱਛੋਂ ਪੇਆਂ ਵੀ ਵੱਧ ਗਈਆਂ, ਗੈਸ ਵੀ ਵੱਧ ਗਿਆ, ਹਰ ਤਰ੍ਹਾਂ ਦਾ ਖਰਚਾ, ਮਟੀਰੀਅਲ ਦਾ ਖਰਚਾ ਉਹ ਜਿਹੜਾ ਆ ਉਹ ਦੁੱਗਣਾ ਹੋ ਗਿਆ 2007 ਤੋਂ ਬਾਅਦ। ਅਸੀਂ ਇੱਥੇ ਬੈਠੇ ਇਸ ਕਰਕੇ ਆ ਕਿ ਸਾਡੀ ਮੰਗ ਇਹ ਆ ਕਿ ਸਾਨੂੰ ਘੱਟੋ ਘੱਟ ਵੀ ਜਿਹੜੀ ਮਿਨੀਮਮ ਪ੍ਰਾਈਸ ਹੈ ਜੀ ਉਹ 30 ਸੈਂਟ ਹੋਵੇ। ਉਸ ਤੋਂ ਉੱਪਰ ਜਿੰਨੀ ਵੀ ਕੰਮ ਦੀ ਕੁਆਲਿਟੀ ਜਾਂ ਜ਼ਿਆਦਾ ਹੈਵੀ ਕੰਮ ਆ ਜਾਂ ਜਿੱਦਾਂ ਵੀ ਉਹਦਾ ਹੋਊਗਾ, ਉਹਦੇ ਉੱਪਰ ਉਨੀ ਪ੍ਰਾਈਸ ਵੱਧ ਲੱਗੂਗੀ। ਸੋ ਅਸੀਂ ਪਿਛਲੇ 1 ਵੀਕ ਤੋਂ, ਸਾਨੂੰ ਹੁਣ 1.5 ਵੀਕ ਹੋ ਚੱਲਿਆ ਇੱਥੇ ਬੈਠਿਆਂ ਨੂੰ। ਅਸੀਂ ਕਈ ਥਾਵਾਂ ਤੇ ਅਸੀਂ ਆਪਣਾ ਪ੍ਰਚਾਰ ਵੀ ਕੀਤਾ, ਕਈਆਂ ਨੂੰ ਅਸੀਂ ਫੋਨ ਵੀ ਕੀਤੇ ਆ, ਕਈ ਮਿਨਿਸਟਰਾਂ ਨੂੰ ਵੀ, ਜਿੱਦਾਂ ਕਿ ਮਿਨਿਸਟਰ ਹੈਰੀ ਬੈਂਸ ਨੂੰ, ਲੇਬਰ ਮਿਨਿਸਟਰ, ਅਸੀਂ ਉਹਨਾਂ ਨੂੰ ਵੀ ਪਹੁੰਚ ਕੀਤੀ ਆ।
ਉਹਨਾਂ ਨੇ ਸਾਡਾ ਇੱਥੇ ਆਣ ਕੇ 1 ਸੈਕਿੰਡ ਲਈ ਵੀ ਸਾਨੂੰ ਨਹੀਂ ਪੁੱਛਿਆ ਕਿ ਤੁਸੀਂ ਲੇਬਰ ਚਾਹੁੰਦੇ ਆ ਕਿ ਤੁਹਾਨੂੰ ਕੀ ਤੰਗੀ ਤਕਲੀਫ ਆ। ਸਭ ਤੋਂ ਸਾਨੂੰ ਉਹਨਾਂ ਨਾਲ ਬਹੁਤ ਵੱਡਾ ਗਿਲਾ ਆ। ਇਸ ਜਿੰਨੀ ਵੀ ਸੰਗਤ ਇੱਥੇ ਧੁੱਪ ਦੇ ਵਿੱਚ, ਜਿੰਨੇ ਵੀ ਮੁੰਡੇ ਇੱਥੇ ਬੈਠੇ ਆ, ਜੋ ਵੀ ਟਰਾਈਬਲ ਕੰਪਨੀ ਵਾਲੇ ਆਪਣਾ ਕੰਮ ਛੱਡ ਕੇ ਇੱਥੇ ਬੈਠੇ ਆ, ਇਹਨਾਂ ਨੂੰ ਹੈਰੀ ਬੈਂਸ ਤੇ ਬਹੁਤ ਜ਼ਿਆਦਾ ਤਰਾਜ਼ਗੀ ਆ ਕਿ ਸਾਡੀ ਹੀ ਕਮਿਊਨਿਟੀ ਦਾ ਬੰਦਾ ਚੁਣਿਆ ਹੋਇਆ ਸਾਡੀ ਹੀ ਗੱਲ ਸੁਣਨ ਲਈ ਇੱਥੇ ਨਹੀਂ ਪਹੁੰਚਿਆ। ਇਹ ਜਿਹੜੀ ਲੇਬਰ ਆ, ਇਹਨਾਂ ਦੀਆਂ ਮੰਗਾਂ ਉਹ ਸੁਣਨ ਔਰ ਇਹਨਾਂ ਨੂੰ ਪੁੱਛਣ ਆ ਕੇ ਵੀ ਤੁਹਾਡੀਆਂ ਕੀ ਮੰਗਾਂ, ਕੀ ਪ੍ਰੋਬਲਮ, ਤੇ ਉਹਦਾ ਸਾਨੂੰ ਹੱਲ ਕੱਢ ਕੇ ਦੇਣ, ਜੋ ਕਿ ਅਸੀਂ ਆਪਣੀ ਜਿਹੜੀ ਸਟ੍ਰਾਈਕ ਆ ਇਹਨੂੰ ਖਤਮ ਕਰਕੇ ਵਾਪਸ ਆਪਣੇ ਕੰਮਾਂ ਤੇ ਜਾ ਸਕੀਏ। ਤੋ ਸਾਡਾ ਦੂਜਾ ਮਸਲਾ ਇਹ ਆ ਕਿ ਜਿੱਦਾਂ ਹੀ ਸਮਾਲ ਕੰਟਰੈਕਟਰ ਦੇ ਵਿੱਚ ਆਉਂਦੇ ਆ, ਸਾਡੀਆਂ ਜਿਹੜੀਆਂ WCB ਦੀ ਇੱਕ ਪ੍ਰੋਬਲਮ ਆ, ਉਹ ਸਾਨੂੰ ਆਪਣੀ WCB ਬੰਦਿਆਂ ਨੂੰ ਪੇ ਕਰਨੀ ਪੈਂਦੀ ਆ, ਜੋ ਕਿ ਸਾਨੂੰ ਅੱਗੋਂ ਨਹੀਂ ਕਿਤੋਂ ਵੀ ਨਹੀਂ ਮਿਲ ਰਹੀ। ਸਾਨੂੰ ਆਪਣੀ ਜੇਬ 'ਚੋਂ, ਪਾਕਟ ਦੇ ਵਿੱਚੋਂ ਉਹ ਦੇਣੀ ਪੈਂਦੀ ਆ। ਸੋ ਸਾਡੀ ਇਹ ਵੀ ਬੇਨਤੀ ਆ, ਪਰ ਬੇਨਤੀ ਅਸੀਂ ਕਿਹਦੇ ਕੋਲ ਕਰਾਂਗੇ ਇਹ ਸਾਨੂੰ ਹਜੇ ਆਪ ਨੂੰ ਨਹੀਂ ਸਮਝ ਆਉਣ ਡਿਆ, ਕਿਉਂਕਿ ਜਿਹੜੇ ਤਾਂ ਲੇਬਰ ਮਿਨਿਸਟਰ ਆ ਉਹ ਆਪ ਹੀ ਨਹੀਂ ਸਾਡੇ ਕੋਲ ਆਉਣ ਡਿਆ। ਉਹ ਇਸ ਕਰਕੇ ਸਾਡੀ ਇਹ ਜਿਹੜੀ ਸਮੱਸਿਆ ਬੜੀ ਵੱਡੀ ਸਮੱਸਿਆ ਬਣੀ ਪਈ ਆ। ਸੋ ਸਾਡੀ ਸਾਰੇ ਅਦਾਰਿਆਂ ਨੂੰ ਬੇਨਤੀ ਆ ਕਿ ਉਹ ਸਾਡੇ ਨਾਲ ਆਣ ਕੇ ਖੜਨ, ਸਾਡੀ ਗੱਲ ਸੁਣਨ, ਜੋ ਕਿ ਸਾਡੀਆਂ ਇਹ ਮੁਸ਼ਕਲਾਂ ਆ, ਇਹ ਲੇਬਰ ਦੀਆਂ ਮੁਸ਼ਕਲਾਂ ਆ, ਟਰਾਈਬਲ ਕੰਪਨੀਆਂ ਦੀਆਂ ਮੁਸ਼ਕਲਾਂ ਆ, ਉਹਨਾਂ ਦਾ ਕੋਈ ਮਸਲਾ ਹੱਲ ਕੱਢਿਆ ਜਾਵੇ, ਜੋ ਕਿ ਇਹ ਬੰਦੇ ਜਿੰਨੇ ਵੀ ਇੱਥੇ ਬੈਠੇ ਆਪੋ ਆਪਣੇ ਕੰਮਾਂ ਤੇ ਦੁਬਾਰਾ ਜਾ ਸਕਣ। ਕਿਉਂਕਿ ਆਹ ਸੀਜ਼ਨ ਦਾ ਟਾਈਮ ਆ, ਹਰ ਬੰਦੇ ਦੀਆਂ ਲੋੜਾਂ ਬਹੁਤ ਜ਼ਿਆਦੀਆਂ ਆ। ਇਹਨਾਂ ਮਹਿੰਗਾਈ ਦੇ ਸੀਜ਼ਨ ਦੇ ਵਿੱਚ ਜੇ ਇਹ ਬੰਦੇ ਕੰਪਨੀਆਂ ਜਿਹੜੀਆਂ ਜੇ ਕੁਚਲੀਆਂ ਗਈਆਂ ਤੇ ਦੁਬਾਰਾ ਇਹਨਾਂ ਨੂੰ ਮਤਲਬ ਖੜਾ ਕਰਨਾ ਫਿਰ ਗਵਰਨਮੈਂਟ ਲਈ ਵੀ ਹਾਰਡ ਹੋ ਜਾਣਾ, ਕਿਉਂਕਿ ਇਸ ਜੌਬ ਦੇ ਵਿੱਚ ਪਹਿਲਾਂ ਹੀ ਬੰਦਾ ਬਹੁਤ ਘੱਟ ਆ ਰਿਹਾ, ਕਿਉਂਕਿ ਇਹਨੂੰ ਸਿੱਖਣ ਲਈ 2 ਤੋਂ 3 ਮਹੀਨੇ ਲੱਗਦੇ ਆ, ਜੋ ਕਿ ਜਦੋਂ ਅਸੀਂ ਬੰਦਾ ਟ੍ਰੇਨਡ ਵੀ ਕਰਦੇ ਆ, ਸਾਨੂੰ ਕੋਈ ਕਿਸੇ ਕਿਸਮ ਦੀ ਬੰਦਾ ਟ੍ਰੇਨਡ ਕਰਨ ਦੀ ਕੋਈ ਵੀ ਗਵਰਨਮੈਂਟ ਵੱਲੋਂ ਸਹੂਲਤ ਜਾਂ ਸਬਸਿਡੀ ਨਹੀਂ ਮਿਲਦੀ, ਕਿਉਂਕਿ 2-3 ਮਹੀਨੇ ਜਦੋਂ ਅਸੀਂ ਆਪਣੀ ਜੇਬ 'ਚੋਂ ਬੰਦੇ ਨੂੰ ਪੇ ਕਰਦੇ ਆ, ਉਹਦੇ ਵਿੱਚ ਵੀ ਅਸੀਂ ਬਹੁਤ ਵੱਡਾ ਘਾਟਾ ਖਾਂਦੇ ਆ। ਕਿਉਂਕਿ ਸਾਡੀ 2-3 ਇਹ ਮੰਗਾਂ ਆ, ਪਰ ਸਾਡੀ ਤਰਾਜ਼ਗੀ ਇਹ ਆ ਕਿ ਸਾਡੀ ਕੋਈ ਵੀ ਗੱਲ ਸੁਣਨ ਨੂੰ ਇੱਥੇ ਹਾਲੇ ਤੱਕ ਆਇਆ ਨਹੀਂਗਾ। ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਸਭ ਤੋਂ ਪਹਿਲਾਂ ਹੈਰੀ ਬੈਂਸ ਹੋਣਾ ਤੱਕ ਸਾਡਾ ਮੈਸੇਜ ਪਹੁੰਚੇ। ਆਹ ਜਿਹੜਾ ਕਿੰਗ ਜਾਰਜ ਔਰ 88 ਦਾ ਚੌਂਕ ਆ, ਇੱਥੇ ਸਾਨੂੰ ਬੈਠਿਆਂ ਨੂੰ 1.5 ਵੀਕ ਹੋ ਗਿਆ। ਉਹਨਾਂ ਨੂੰ ਮੇਰਾ ਖਿਆਲ ਹਰ ਇੱਕ ਬੰਦੇ ਨੂੰ ਇਸ ਚੀਜ਼ ਦਾ ਪਤਾ ਕਿ ਅਸੀਂ ਇੱਥੇ ਸਟ੍ਰਾਈਕ ਕਰਕੇ ਬੈਠੇ ਆ। ਉਹ ਇੱਕ ਲੇਬਰ ਮਿਨਿਸਟਰ ਹੋਣ ਦੇ ਨਾਤੇ ਉਹਨਾਂ ਨੂੰ ਕੀ ਗੱਲ, ਇਸ ਗੱਲ ਦਾ ਕੋਈ ਪਤਾ ਨਹੀਂਗਾ ਕਿ ਇਹ ਜਿਹੜੀ ਲੇਬਰ ਆ ਸੜਕਾਂ ਦੇ ਕੰਢਿਆਂ ਤੇ ਕਿਉਂ ਉਤਰੀ ਆ, ਇਹਨਾਂ ਦੀਆਂ ਕੀ ਮੁਸ਼ਕਲਾਂ ਆ, ਇਹ ਕਿਉਂ ਇਸ ਹਾਲਾਤਾਂ 'ਚ ਹੋ ਗਏ ਆ। ਇਹ ਉਹਨਾਂ ਲਈ ਸਾਡੀ ਬਹੁਤ ਵੱਡੀ ਉਹਨਾਂ ਲਈ ਤਰਾਜ਼ਗੀ ਆ। ਉਹਨਾਂ ਨੂੰ ਸਾਡੇ ਕੋਲ ਇੱਥੇ ਆ ਕੇ ਸਾਡੀ ਗੱਲ ਸੁਣਨੀ ਚਾਹੀਦੀ ਆ ਔਰ ਅਸੀਂ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸੀਏ, ਜੋ ਕਿ ਇਹ ਸਾਰੇ ਜਣੇ ਦੁਬਾਰਾ ਆਪਣੇ ਕੰਮਾਂ ਤੇ ਜਾ ਸਕਣ। ਹੋਰ ਇੱਥੇ ਸਵਾਲ ਨਿਕਲੇ ਸਾਹਮਣੇ ਆਏ ਸੀ, ਕਹਿੰਦੇ ਕਿ ਆਪ ਜਿਹੜੇ ਹੁਣ ਇੱਥੇ ਭਾਈਚਾਰੇ ਦੇ ਲੋਕ ਨੇ ਕੰਮ ਕਰ ਰਹੇ ਨੇ, ਆਪਸ ਵਿੱਚ ਹੀ ਕੰਪੀਟੀਸ਼ਨ ਦੇ ਵਿੱਚ ਪ੍ਰਾਈਜ਼ਾਂ ਸਿੱਟ ਰਹੇ ਆ, ਸੋ ਉਹਦੇ ਸੰਬੰਧੀ ਵੀ ਹੁਣ ਕੋਈ ਨੀਤੀ ਬਣਾਉਂਗੇ, ਕਿਉਂਕਿ ਹੁਣ ਕੰਮ ਤਾਂ ਸ਼ੁਰੂ ਕੀਤਾ ਹੀ ਹੋਇਆ। ਇਹ ਸਾਰੀਆਂ ਸਵਾਲਾਂ ਦਾ ਜਵਾਬ ਭਾਜੀ ਇਹ ਹੀ ਨਿਕਲਦਾ ਆ ਕਿ ਜਦੋਂ ਅਸੀਂ ਕੋਈ ਵੀ ਮਹਿਕਮਾ, ਹਾਲੇ ਤੱਕ ਸਾਨੂੰ ਇਹ ਨਹੀਂ ਸਮਝ ਆਈ ਵੀ ਸਾਡਾ ਜਿਹੜਾ ਅਸੀਂ ਕੰਮ ਕਰਦੇ ਆ, ਜਿਹੜਾ ਡਰਾਈਵ ਵਾਲ ਬੋਰਡਿੰਗ ਦਾ, ਇਹਦਾ ਕੋਈ ਹਜੇ ਤੱਕ ਸਾਨੂੰ ਮਹਿਕਮਾ ਮਿਲਿਆ ਹੀ ਨਹੀਂ। ਜੇ ਸਾਨੂੰ ਕੋਈ ਮਹਿਕਮਾ ਮਿਲੇ, ਅਸੀਂ ਉਹਦੇ ਵਿੱਚੋਂ ਇੱਕ ਰਿਕੁਐਸਟ ਕਰਕੇ ਉਹਨਾਂ ਨੂੰ ਕਹੀਏ ਕਿ ਸਾਨੂੰ ਇਹੋ ਜਿਹਾ ਲਾਇਸੈਂਸ ਇਸ਼ੂ ਕੀਤੇ ਜਾਣ ਕਿ ਜਿਹੜੇ ਬੰਦੇ ਇਸ ਕੰਮ ਦੇ ਵਿੱਚ ਹੈਗੇ ਆ ਉਹੀ ਇਹ ਕੰਮ ਨੂੰ ਪੂਰੀ ਤਰ੍ਹਾਂ ਕਰ ਸਕਣ, ਨਾ ਕਿ ਹਰ ਬੰਦਾ ਆਪਣਾ ਬਿਨਾਂ ਲਾਇਸੈਂਸ ਤੋਂ ਜਿਹੜਾ ਮਰਜ਼ੀ ਆਣ ਕੇ ਆਪਣੇ ਟੂਲ ਲੈ ਕੇ ਇਸ ਕੰਮ ਦੇ ਵਿੱਚ ਲੱਗ ਜਾਂਦਾ ਆ। ਸੋ ਇਸ ਕਰਕੇ ਸਾਨੂੰ ਉਹਨਾਂ ਚਿਰ ਸਾਡੇ ਸਵਾਲ ਸਾਰੇ ਹੀ ਖੜੇ ਆ ਜਿੰਨਾ ਚਿਰ ਸਾਡੇ ਨਾਲ ਕੋਈ ਆਣ ਕੇ ਕੋਈ ਲੀਡਰ ਜਾਂ ਕੋਈ ਮਿਨਿਸਟਰ ਸਾਡੇ ਨਾਲ ਖੜ ਕੇ ਗੱਲ ਨਹੀਂ ਕਰਦਾ, ਜਾਂ ਸਾਨੂੰ ਸਾਡਾ ਮਹਿਕਮਾ ਨਹੀਂ ਦੱਸਦਾ ਵੀ ਅਸੀਂ ਜਿਹੜੀ ਐਪਲੀਕੇਸ਼ਨ ਲਿਖ ਕੇ ਰੱਖੀ ਹੋਈ ਆ ਉੱਤੇ ਕਿਹੜੇ ਮਿਨਿਸਟਰ ਦਾ, ਕਿਹੜੇ ਆਫੀਸਰ ਦਾ ਅਸੀਂ ਉੱਤੇ ਨਾਂ ਲਿਖ ਕੇ ਉੱਥੇ ਤੱਕ ਲੈ ਕੇ ਜਾਈਏ। ਸਾਡਾ ਇਹ ਵੀ ਇੱਕ ਬੜਾ ਵੱਡਾ ਸਵਾਲ ਹਜੇ ਖੜਿਆ ਹੀ ਆ ਜੀ। ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ। ਓਕੇ ਜੀ, ਥੈਂਕ ਯੂ ਜੀ। ਸੋ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਦੇ ਇਸ ਵਕਤ ਆਪਾਂ ਸਮੱਸਿਆਵਾਂ ਤੇ ਗੱਲ ਕਰ ਰਹੇ ਹਾਂ ਕਿ ਸਮੱਸਿਆਵਾਂ ਕਿਹੜੀਆਂ ਆ ਰਹੀਆਂ ਨੇ। ਸੋ ਹੁਣ ਸਾਡੇ ਨਾਲ ਅਰਮਨਪ੍ਰੀਤ ਸਿੰਘ ਹੁਣੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਮੇਰੇ ਖਿਆਲ ਨਾਲ ਕਿੰਨੇ ਸਾਲ ਕਿ ਤੁਹਾਨੂੰ ਇੱਥੇ ਆਇਆ? ਮੈਂ ਭਾਈ 2010 ਚ ਆਇਆ ਸੀ ਪਹਿਲਾਂ। ਉਹ ਤਾਂ ਇਹ ਕੰਮ ਕਰ ਰਹੇ? ਨਹੀਂ, ਮੈਂ ਉਦੋਂ ਖੇਡਣ ਵਾਸਤੇ ਆਉਂਦਾ ਸੀ ਤੇ ਮੈਂ 2015 ਤੋਂ ਇੱਥੇ ਰਿਹਾ, ਵਰਕ ਪਰਮਿਟ ਲਿਆ, ਮੁੜ ਕੇ ਫਿਰ ਕੰਮ ਸ਼ੁਰੂ ਕੀਤਾ ਆਪਣਾ ਸਾਰਾ ਕੁਝ। ਤੇ ਪਰ ਭਾਈ ਉਦੋਂ ਵੀ ਪ੍ਰਾਈਜ਼ ਵੀ ਇਹੀ ਸੀ ਤੇ ਮਿਨੀਮਮ ਪੇ ਮਤਲਬ 2007 ਦੇ ਵਿੱਚ ਜਦੋਂ ਅਸੀਂ ਖੇਡਣ ਆਉਂਦੇ ਰਹੇ ਪਹਿਲਾਂ 10 ਦੇ ਵਿੱਚ ਬਹੁਤ ਘੱਟ ਸੀ, ਹੁਣ $16 ਸਾਨੂੰ ਲੇਬਰ ਨਹੀਂ ਮਿਲ ਰਹੀ ਬਾਹਰੋਂ। ਜੇ ਅਸੀਂ ਕਿਸੇ ਨੂੰ ਕਹਿੰਦੇ ਆ ਵੀ ਸਾਡੇ ਨਾਲ ਡਰਾਈਵਰ ਦਾ ਕੰਮ ਕਰੋ, ਕਹਿੰਦੇ ਕੀ ਪੇ ਕਰੋਗੇ ਤੁਸੀਂ? ਅਸੀਂ ਕਹਿੰਦੇ ਵੀ ਜੇ ਸਟਾਰਟਿੰਗ ਤਾਂ ਮਿਨੀਮਮ ਪੇ ਹੋਊਗੀ, ਉਸ ਤੋਂ ਬਾਅਦ
ਵੀ ਤੁਸੀਂ ਉਹ ਕਹਿੰਦਾ ਵੀ ਕੰਮ ਇੰਨਾ ਮਿੱਟੀ ਵਾਲਾ ਇੰਨਾ ਡਸਟੀ ਕੰਮ ਆ ਵੀ ਅਸੀਂ ਵੀ $15 ਦੇ ਨਹੀਂ ਕਰਨਾ, ਸਾਨੂੰ ਤਾਂ $18 ਵੇਅਰ ਹਾਊਸ 'ਚ ਮਿਲਦੇ ਆ। ਨਵੇਂ ਸਟੂਡੈਂਟ ਸਕਿਪ ਕਰਕੇ ਰਾਜੀ ਆ, ਕੋਈ ਊਬਰ 'ਚ ਚਲੇ ਗਏ। ਕਮ ਸੇ ਕਮ ਇਹਨਾਂ ਦੇਖੋ ਵੀ ਉੱਪਰਲੀਆਂ ਕੰਪਨੀਆਂ ਚਾਹੇ ਕੋਈ ਵੀ ਚਾਹੇ ਕੈਨੇਡੀਅਨ ਗਵਰਨਮੈਂਟ ਆ, ਲੇਬਰ ਹੋਊਗੀ ਤਾਂ ਕੰਮ ਚੱਲੂਗਾ। ਡਰਾਈਵ ਵਾਲ ਖਤਮ ਹੁੰਦੀ ਜਾ ਰਹੀ ਹੈ। ਹਰੇਕ ਸਾਲ 1 ਜਾਂ 2 ਬੰਦਾ ਜਿਹਦੇ ਕੋਲ 5-7 ਬੰਦਿਆਂ ਦਾ ਕਰੂ ਆ, ਉਹ ਉਹਨੂੰ ਬਚਦੇ ਨਹੀਂ ਪੈਸੇ, ਘੱਟ ਪ੍ਰਾਈਸ ਤੇ ਕੰਮ ਕਰਕੇ ਉਹ ਕੰਮ ਛੱਡਦਾ ਜਾ ਰਿਹਾ, ਉਹ ਕਿਸੇ ਹੋਰ ਜੌਬ 'ਚ ਜਾ ਰਿਹਾ। ਪਰ ਅਸੀਂ ਚਾਹੁੰਦੇ ਹਾਂ ਵੀ ਪਲੀਜ਼ ਸਾਡੀ ਵੀ ਇਹ ਰਿਕੁਐਸਟ ਹੁੰਦੀ ਹੈ, ਸਾਨੂੰ ਬਣਦੇ ਬੈਨੀਫਿਟ ਜਿਹੜੇ ਗਵਰਨਮੈਂਟ ਵੱਲੋਂ ਨੇ ਸਾਡੀਆਂ ਸਬ ਕਨੈਕਟ ਦੇ ਵੀ ਉਹ ਦਿੱਤੇ ਜਾਣ, ਵੀ ਸਾਨੂੰ ਵੀ ਜਿਹੜੇ ਸਬਸਿਡੀ ਵਾਲੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਸ਼ਾਮਲ ਕੀਤਾ ਜਾਏ। ਵੀ ਜਦ ਕਿ ਅਸੀਂ 5 ਤੋਂ 4 ਮਹੀਨੇ ਮਿਨੀਮਮ ਆਪਣੇ ਕੋਲੋਂ ਪੇ ਦਿੰਦੇ ਹਾਂ ਬੰਦੇ ਨੂੰ ਤਿਆਰ ਕਰਨ ਵਾਸਤੇ। ਉਹ ਪੇ ਅਸੀਂ ਆਪਣੀ ਜਿਹੜਾ ਕੰਮ ਅਸੀਂ ਆਪ ਕਰਦੇ ਹਾਂ, ਆਪਣੀ ਪੇ 'ਚੋਂ ਪੈਸੇ ਕੱਢ ਕੇ ਉਹਨੂੰ ਮਿਨੀਮਮ ਪੇ ਕਰਦੇ ਹਾਂ। ਜਦੋਂ ਬੰਦਾ ਤਿਆਰ ਹੋ ਜਾਂਦਾ 5 ਮਹੀਨੇ ਬਾਅਦ ਉਹ ਡਿਮਾਂਡ ਰੱਖ ਦਿੰਦਾ ਵੀ ਭਾਜੀ ਮੈਨੂੰ ਤਾਂ 18 ਚਾਹੀਦੀ ਹੈ ਜਾਂ $20 ਚਾਹੀਦੇ ਆ। ਅਸੀਂ ਜੇ 22-23 ਸੈਂਟ ਤੇ ਕੰਮ ਕਰਾਂਗੇ ਪੀਸ ਵਰਕ ਤਾਂ ਅਸੀਂ ਦੇ ਹੀ ਨਹੀਂ ਸਕਦੇ। ਤੁਸੀਂ ਮਟੀਰੀਅਲ ਦੇਖ ਲਓ, ਗੈਸ ਪੌਣੇ $2 ਨੂੰ ਚਲੇਗੀ ਹੈ, ਠੀਕ ਆ। ਐਵਰੀ ਡੇ ਵੈਨਕੂਵਰ ਜਾਈਦਾ ਤਕਰੀਬਨ $50 ਦੀ ਗੈਸ ਲੱਗਦੀ ਆ ਅਪ ਡਾਊਨ। ਵੀਕ ਬਾਅਦ ਵੈਨਾਂ ਦੀਆਂ ਟੈਂਕੀਆਂ ਫੁੱਲ ਕਰਾਉਣੀਆਂ ਪੈਂਦੀਆਂ, $100 ਦੀ ਟੈਂਕੀ ਭਰਦੀ ਆ। ਉਸ ਤੋਂ ਉੱਪਰ ਖਰਚੇ ਜਿਹੜੇ ਦੇਖ ਲਓ ਵੀ ਕੋਈ ਕੌਫੀ ਪੀ ਲਈ, ਲੇਬਰ ਨੂੰ ਹੋਰ ਕਿਸੇ ਚੀਜ਼ ਦੀ ਲੋੜ ਪੈ ਗਈ ਜਾਂ ਟੂਲਾਂ ਦੀ ਲੋੜ ਪੈ ਗਈ ਕਿਸੇ ਐਨੀ ਟਾਈਮ ਖੜੇ ਪੈਰ, ਤਾਂ ਉਹ ਅਸੀਂ ਸਰਵਾਈਵ ਕਰਨਾ ਔਖਾ ਹੋ ਰਿਹਾ। ਦਿਨੋਂ ਦਿਨ ਇੰਨੀ ਕੁ ਸਟਰੈਸ 'ਚ ਦੁਨੀਆ ਜਾ ਰਹੀ ਹੈ, ਇਸ ਕੰਮ ਤੋਂ ਪਬਲਿਕ ਪਰਾਂ ਜਾ ਰਹੀ ਹੈ। ਪਰ ਇਹ ਪਤਾ ਨਹੀਂ ਕਿਉਂ ਨਹੀਂ ਸੋਚ ਰਹੇ ਬੰਦੇ ਜਾਂ ਗੌਰਮੈਂਟ ਜਾਂ ਜਿੱਦਾਂ ਵੀ ਜੋ ਵੀ ਸਿਸਟਮ ਹੈ। ਪਰ ਅਸੀਂ ਰਿਕੁਐਸਟ ਕਰਦੇ ਹਾਂ ਪਲੀਜ਼ ਇਹਦਾ ਇੱਕ ਮਿਨੀਮਮ ਪ੍ਰਾਈਸ ਹੋਏ, ਉਸ ਤੋਂ ਘੱਟ ਬੰਦੇ ਕੰਮ ਨਾ ਕਰਨ। ਮੈਂ ਤਾਂ ਚਾਹੁੰਦਾ ਵੀ ਇੱਕ ਲਾਅ ਬਣ ਜੇ ਵੀ ਮੰਨ ਲਓ ਜੇ 30 ਸੈਂਟ ਅਸੀਂ ਕਹਿ ਰਹੇ ਹਾਂ ਤਾਂ 30 ਸੈਂਟ ਮਿਨੀਮਮ ਪੇ ਜਿੱਦਾਂ ਵੀ ਪ੍ਰੋਪਰ ਹੋਣਾ ਚਾਹੀਦਾ। ਇਸ ਤੋਂ ਘੱਟ ਬੰਦਾ ਕੋਈ ਕੰਮ ਕਰਦਾ ਤਾਂ ਉਹਨੂੰ ਬਾਏ ਲਾਅ ਫਾਈਨ ਕੀਤਾ ਜਾਏ। ਵੀ ਆ 400 ਬੰਦਾ ਅੱਜ ਉਹਨਾਂ ਦੀ ਬਦੌਲਤ ਜਿਹੜੇ ਬੰਦੇ ਅਨਟੱਚ ਨੇ, ਕਿਸੇ ਨਾਲ ਫੈਮਲੀਆਂ 'ਚ ਨਹੀਂ, ਉਹ ਸਾਲ ਬਾਅਦ ਕੰਪਨੀ ਬੰਦ ਕਰ ਦਿੰਦੇ ਆ। ਸਾਲ ਇੱਕ ਕੰਮ ਕਰਕੇ ਉੱਥੋਂ ਸਾਲ ਬਾਅਦ ਉਹ ਕੰਪਨੀ ਬੰਦ, ਨਾ ਉਹਨਾਂ GST ਦੇਣੀ, ਨਾ CP ਦੇਣੀ, ਨਾ ਟੈਕਸ ਦੇਣਾ, ਮੁੜ ਕੇ ਕੋਈ ਹੋਰ ਕੰਪਨੀ ਖੋਲ੍ਹ ਲੈਣੀ ਆ। ਉਹਨਾਂ ਬੰਦਿਆਂ ਨੇ ਸਾਡੇ ਡਰਾਈਵ ਵਾਲੇ ਜਿਹੜੇ ਵਰਕਰ ਨੇ ਉਹਨਾਂ ਦਾ 100 to 10% ਕਸੂਰ ਆ ਵੀ ਪ੍ਰਾਈਸ ਥੱਲੇ ਸੁੱਟਣ 'ਚ। ਹੁਣ ਉਹੀ ਬੰਦੇ ਘੱਟ ਪ੍ਰਾਈਸ ਤੇ ਕੰਮ ਕਰੀ ਜਾਂਦੇ, ਉਹੀ ਸਾਡੇ ਕੋਲ ਆਈ ਕੇ ਕਹੀ ਜਾਂਦੇ ਸਾਨੂੰ ਕੰਪਨੀਆਂ ਖਰਾਬ ਕਰਦੀਆਂ। ਪਰ ਜਦੋਂ ਅਸੀਂ ਪਿਛਲੇ ਵੀਕ ਤੋਂ ਕੰਪਨੀਆਂ ਨਾਲ ਗੱਲਬਾਤ ਕੀਤੀ, ਕਿਸੇ ਦਾ ਕੋਈ ਕਸੂਰ ਨਹੀਂ, ਕਿਸੇ ਬਿਲਡਰ ਦਾ ਨਹੀਂ, ਕਿਸੇ ਜਨਰਲ ਕੰਟਰੈਕਟਰ ਦਾ ਨਹੀਂ, ਕਿਸੇ ਦਾ ਵੀ ਨਹੀਂ ਕਸੂਰ। ਅਸੀਂ ਕਹਿੰਦੇ ਵੀ ਸਿਰਫ ਸਾਡੇ ਬੋਰਡਮੈਨ ਨੇ ਜਿਹੜੇ। ਤੁਸੀਂ ਭਾਜੀ ਇਹ ਗੱਲ ਵੇਖ ਲਓ ਵੀ BC ਦੇ ਵਿੱਚ 100 to 10% ਪੰਜਾਬੀ ਕਮਿਊਨਿਟੀ ਬੋਰਡ ਦਾ ਟੇਪਿੰਗ ਦਾ ਕੰਮ ਕਰ ਰਹੀ ਆ। ਮਿਨੀਮਮ ਮੇਬੀ 2000-5000 ਬੰਦੇ ਤੋਂ ਉੱਪਰ ਹੋਣਾ ਕੰਪਨੀ ਜਿਹੜੀ ਅੱਜ ਆਪਾਂ ਕੰਪਨੀਆਂ ਗਿਣੀਆਂ ਨਾ ਸਾਰੀਆਂ, ਤਾਂ ਸਾਰਾ ਹੀ ਕੰਮ ਜਿਹੜਾ BC ਦਾ ਇੰਡਸਟਰੀ ਜਿਹੜੀ ਹੈ ਉਹ ਪੰਜਾਬੀਆਂ ਦੇ ਕੋਲ ਆ। ਸਾਡੇ ਪੰਜਾਬੀ ਭਰਾ ਜਿਹੜੇ ਡਰਾਈਵਰ 'ਚ ਕੰਮ ਕਰਦੇ ਆ, ਉਹਨਾਂ ਨੇ ਇਹ ਪ੍ਰਾਈਜ਼ ਆਪ ਸਿੱਟਿਆ ਥੱਲੇ, ਉਹ ਆਪ ਜ਼ਿੰਮੇਦਾਰ ਨੇ। ਹੁਣ ਉਹ ਕਿਸੇ ਨੂੰ ਬਲੇਮ ਕਰਦੇ ਨੇ। ਉਹ ਲੋਕ ਪਿਛਲੇ ਹਫਤੇ ਵੀ ਕੰਮ ਤੇ ਸੀ, ਇਹ ਹਫਤੇ ਵੀ ਕੰਮ ਤੇ ਨੇ। ਅਸੀਂ ਉਹਨਾਂ ਭਰਾਵਾਂ ਨੂੰ ਮੈਂ ਰਿਕੁਐਸਟ ਕਰਦਾ ਵੀ ਤੁਸੀਂ ਇਸ ਚੀਜ਼ ਨੂੰ ਸਮਝੋ ਵੀ ਤੁਸੀਂ ਕਿਸੇ ਦੀ ਜੌਬ ਤੇ ਜਾ ਕੇ, ਮੰਨ ਲਓ ਤੁਸੀਂ ਕਿਸੇ ਦੀ ਜੌਬ ਤੇ 25 ਸੈਂਟ ਪ੍ਰਾਈਸ ਦੇ ਕੇ ਆਏ, ਉੱਥੇ ਦੂਜੇ ਨੇ ਜਾਣਾ ਉਹਨੇ 22 ਸੈਂਟ ਦੇ ਦੇਣੀ ਹੈ, ਮੈਂ ਜਾਣਾ ਉੱਥੇ ਮੈਂ 20 ਸੈਂਟ ਦੇ ਦੇਣੀ ਹੈ। ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਅਸੀਂ ਇਹ ਗਰੁੱਪ ਖੜਾ ਕੀਤਾ। ਪਿਛਲੇ 4 ਮਹੀਨੇ ਤੋਂ ਇਸ ਗਰੁੱਪ ਤੇ ਕੰਮ ਕੀਤਾ। ਤਾਂ ਹੁਣ ਹੈਗੀ ਤੁਹਾਡੇ ਕੋਲ ਜਾਂ ਹੱਲੇ ਵੀ ਬਹੁਤੇ ਕੰਮ ਤੇ ਨੇ? ਹੁਣ ਤਕਰੀਬਨ 80% ਬੰਦੇ ਸਾਡੇ ਨਾਲ ਅਟੈਚ ਨੇ। 20% ਉਹ ਬੰਦੇ ਜਿਹੜੇ ਜੋਬਾਂ ਖਰਾਬ ਕਰਨ ਵਾਲਾ ਕੰਮ ਕਿਸੇ ਦਾ, ਜਾਂ ਘੱਟ ਪ੍ਰਾਈਸ ਤੇ ਕੰਮ ਕਰਦੇ ਨੇ, ਤੇ ਜਾਂ ਉਹਨਾਂ ਨੇ ਸਾਲ ਬਾਅਦ ਕੰਮ ਬੰਦ ਕਰਨਾ। ਉਹ ਗਵਰਨਮੈਂਟ ਵੀ ਨਹੀਂ ਉਹਨਾਂ ਨੂੰ ਪੁੱਛਦੀ ਵੀ ਤੁਸੀਂ ਕੰਪਨੀ ਬੰਦ ਕਰਤੀ, ਤੁਹਾਨੂੰ ਕੋਈ। ਮੈਂ ਕਹਿੰਦਾ ਵੀ ਇਹ ਚੀਜ਼ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਬੰਦਾ ਕੰਪਨੀ ਬੰਦ ਕਰਕੇ ਇੱਕ ਕੰਪਨੀ ਹੋਰ ਖੋਲ੍ਹ ਦਿੰਦਾ। ਪਿਛਲਾ ਜੋ ਉਹਨੇ ਘਾਟਾ ਵਾਧਾ ਕੀਤਾ ਟੈਕਸ ਸਾਰਾ ਛੱਡ ਦਿੰਦਾ। ਇਸ ਕਰਕੇ ਅਸੀਂ ਕਹਿੰਦੇ ਵੀ ਭਾਜੀ ਸਾਡੀ ਰਿਕੁਐਸਟ ਹੈ ਇਸ ਚੀਜ਼ ਨੂੰ ਸੁਣਿਆ ਜਾਏ। ਸਾਨੂੰ WCA, ਸਾਨੂੰ ਹੈਰੀ ਭਾਜੀ ਨੇ ਉੱਧਰ ਵਿਸ਼ਵਾਸ ਦਵਾਇਆ, ਲੇਬਰ ਮਿਨਿਸਟਰ ਨੇ ਵੀ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਜਾਂ WC ਤੁਹਾਡੇ ਤੋਂ ਚੱਕੀ ਜਾਏ।
ਮੇਰੇ ਕੋਲ 7 ਬੰਦੇ ਕੰਮ ਕਰਦੇ ਆ ਤਾਂ ਮੈਂ 35 ਤੋਂ 4000 ਡਾਲਰ 3 ਮਹੀਨੇ ਬਾਅਦ WC ਦਾ ਭਰ ਰਿਹਾ, ਜਦ ਕਿ ਮਾਰਕੀਟ ਦੇ ਵਿੱਚ $100 ਦੀ ਇੰਸ਼ੋਰੈਂਸ ਹੁੰਦੀ, $500,000 ਦੀ। ਰਿਸਪੌਂਸੀਬਿਲਟੀ ਨੇ, ਨਾਲੇ ਉਹ ਪੈਸੇ ਮਿਲਦੇ ਵੀ ਨਹੀਂ। ਮੁੜ ਕੇ ਜਦੋਂ ਆਪਾਂ ਜਾਂਦੇ ਆ ਇਸ ਚੀਜ਼ ਤੇ, ਕੋਈ ਬੰਦਾ ਜਾਂਦਾ ਤਾਂ ਕਿਸੇ ਨੂੰ ਬੈਨੀਫਿਟ ਵੀ ਨਹੀਂ ਮਿਲਦੇ ਪ੍ਰੋਪਰ। ਸੋ ਹੁਣ ਸਾਡੇ ਨਾਲ ਨੇ ਮਾਤਾ ਸਰਜੀਤ ਕੌਰ ਹੁਣੀ, ਜੋ ਇੱਥੇ ਡਰਾਈਵਰ ਕਾਮਿਆਂ ਦੀ ਜਿਹੜੀ ਸਮਰਥਨ ਚਾਹੀਦੇ ਆ, ਇੱਥੇ ਬੈਠਦੇ ਵੀ ਨੇ। ਸੋ ਕੀ ਕਹਿਣਾ ਚਾਹੋਗੇ ਤੁਸੀਂ ਜੋ ਸਟ੍ਰਾਈਕ ਚੱਲ ਰਹੀ ਹੈ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਰਜੀਤ ਕੌਰ ਗਰੇਵਾਲ ਹੈ। ਜੋ ਡਰਾਈਵਰ ਵਾਲੇ ਬੱਚੇ ਇੱਥੇ ਬਹਿੰਦੇ ਆ, ਇਹਨਾਂ ਦੀ ਵੀ ਗੱਲ ਸੁਣ ਲੈਣੀ ਚਾਹੀਦੀ ਆ। ਹਾਰਡ ਵਰਕਰ ਨੇ, ਜੇ ਡਰਾਈਵਰ ਵਾਲੇ ਨਾ ਹੋਣ ਤਾਂ ਆਪਾਂ ਘਰਾਂ 'ਚ ਨਹੀਂ ਬਹਿ ਸਕਦੇ, ਆਪਾਂ ਨੂੰ ਘਰ ਨਹੀਂ ਮਿਲ ਸਕਦੇ, ਹੈ ਨਾ। ਇਹ ਆਪਦੇ ਬੱਚੇ ਛੱਡ ਕੇ, ਆਪਦਾ ਕਾਰੋਬਾਰ ਛੱਡ ਕੇ ਇੱਥੇ ਬੈਠੇ ਆ। 450 ਬੱਚਾ ਰੋਜ਼ ਬਹਿੰਦਾ ਇੱਥੇ ਹੋਰ ਵੀ ਮਾਵਾਂ ਭੈਣਾਂ ਨੂੰ ਵੀ ਆਉਣਾ ਚਾਹੀਦਾ, ਆ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ। ਮੈਂ ਤਾਂ ਇਹੀ ਕਹਿੰਦੀ ਆ, ਜਿਹੜੇ ਮਕਸਦ ਲਈ ਇਹ ਬੈਠੇ ਆ ਉਹ ਪੂਰਾ ਹੋਣਾ ਚਾਹੀਦਾ। ਇਹ ਸੌਖਾ ਨਹੀਂ, ਇਹ ਜਰਨਾ ਬਹੁਤ ਔਖਾ, ਕਹਿਣਾ ਹੀ ਸੌਖਾ। ਬਾਕੀ ਟੀਵੀ ਵਾਲਿਆਂ ਦਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸਾਡੀ ਪ੍ਰਾਈਸ ਆ ਇਹ 2007-8 ਚ ਵੀ ਸੇਮ ਹੀ ਸੀ, ਅੱਜ ਵੀ ਸੇਮ ਆ। ਵੀ ਸਾਨੂੰ ਉਹਨੇ ਕਦੀ ਪੁੱਛਿਆ ਨਹੀਂ ਵੀ ਤੁਹਾਡੀ ਕੀ ਪ੍ਰਾਈਸ ਹੈ। ਅੱਜ ਕਹਿੰਦੇ ਆ ਵੀ ਤੁਸੀਂ 30 ਸੈਂਟ ਜ਼ਿਆਦਾ ਮੰਗਦੇ ਆ। ਡਸਟੀ ਜੌਬ ਆ ਸਾਡੀ, ਲਾਈਫ ਰਿਸਕ ਜੌਬ ਆ, ਬਹੁਤ ਗੰਦਾ ਕੰਮ ਆ ਜੀ। ਤਾਂ ਸਾਰਾ ਹੀ ਕੰਮ ਜਿਹੜਾ BC ਦਾ ਇੰਡਸਟਰੀ ਜਿਹੜੀ ਹੈ ਉਹ ਪੰਜਾਬੀਆਂ ਦੇ ਕੋਲ ਆ। ਸਾਡੇ ਪੰਜਾਬੀ ਭਰਾ ਜਿਹੜੇ ਡਰਾਈਵਰ 'ਚ ਕੰਮ ਕਰਦੇ ਆ, ਉਹਨਾਂ ਨੇ ਇਹ ਪ੍ਰਾਈਜ਼ ਆਪ ਸਿੱਟਿਆ ਥੱਲੇ, ਉਹ ਆਪ ਜ਼ਿੰਮੇਦਾਰ ਨੇ। ਮਤਲਬ ਕਿ ਉੱਪਰ ਜਾਣ ਦੀ ਬਜਾਏ ਹੇਠਾਂ ਨੂੰ ਆਈ ਹੈ ਜੀ। ਪਰ ਜੇ ਹੁਣ ਪ੍ਰਾਈਸਾਂ ਉਹ ਨਹੀਂ ਸਿੱਟੀਆਂ ਜਿਹੜੇ ਵੱਡੀਆਂ ਕੰਪਨੀਆਂ ਨੇ ਜੋਬਾਂ ਫੜੀਆਂ ਆ। ਅਸੀਂ ਤਾਂ, ਸਾਡਾ ਕੋਈ ਕਸੂਰ ਨਹੀਂਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।